सर मैं पहला सवाल तो सीधा सवाल करांगा। तीन महामंडलेश्वर जिहड़े ने ਉਹ अपनी जान तो हथ गवा बैठे कुंभ दे करके, तुसी किवें बच गए? आस्था ते कोई सवाल नहीं, आस्था ते असीं सवाल नहीं करांगे, पर तुहानूं यही तो लगता है ना भी जान है तो जहान है, जे जिउंदे रहांगे तां ही अगली बार भी कुंभ ते जावांगे। ਇਹ ਗੁਰਦੁਆਰਿਆਂ 'ਚ ਬੜੇ ਤਵੇ ਲਾਉਂਦੇ ਰਹਿੰਦੇ ਹੈਗੇ ਹਿੰਦੂਆਂ ਦਾ, ਐ ਜੀ ਇਹਨਾਂ ਨੂੰ ਕੁਝ ਨਹੀਂ ਪਤਾ, ਦੇਵੀ ਦੇਵਤੇ ਤੇ ਫਲਾਣੇ ਨਿੱਕੇ ਮੋਟੇ। ਉਹ ਭਾਈ ਉਹਨਾਂ ਕੋਲ ਉਪਨਿਸ਼ਦਾਂ ਵੀ ਹੈਗੀਆਂ, ਉਹਨਾਂ ਕੋਲ ਵੇਦਾਂਤਿਕ ਲਿਟਰੇਚਰ ਵੀ ਹੈਗਾ, ਤੁਸੀਂ ਪੜ੍ਹ ਕੇ ਦੇਖੋ। ਜੇ ਉਹ ਗ੍ਰੰਥ ਸਾਹਿਬ ਨਾਲ ਨਹੀਂ ਮੇਲ ਖਾਂਦਾ ਤਾਂ ਮੈਨੂੰ ਕਹਿ ਦਿਓ। ਝੂਠ ਕਿਉਂ ਕਰਦੇ ਹੋ ਤੁਸੀਂ? ਇੱਕ ਗਵਾਰਾਂ ਵਾਂਗੂ ਭੱਜੇ ਹੋ ਤੁਸੀਂ, ਕਾਰਾਂ ਵਾਂਗੂ ਭੱਜੇ ਹੋ, ਗਿੱਦੜਾਂ ਵਾਂਗੂ ਭੱਜੇ ਹੋ, ਸਿੰਘਾਂ ਵਾਂਗੂ ਡਟ ਕੇ ਰਹਿੰਦੇ ਨਾ। ਮੈਨੂੰ ਹੋ ਗਿਆ ਕਰੋਨਾ, ਹੋ ਗਿਆ ਕੀ ਪਟੂ ਸਾਡਾ ਕਰੋਨਾ। ਪੋਲੀਟਿਕਸ ਇਜ਼ ਅ ਗੇਮ ਆਫ ਪਾਵਰ। ਉਹਨਾਂ ਨੂੰ ਕੋਈ ਪਰਵਾਹ ਨਹੀਂ, ਨਾ ਤੁਹਾਡੀ ਨਾ ਮੇਰੀ। ਕੁਝ ਦਿਨ ਪਹਿਲਾਂ ਇਹ ਬੋਲ ਕੇ ਹਟਿਆ ਸੀ ਗੋਈ, ਤਿੰਨ ਜੱਜ ਹੋਰ ਲਈ ਬੈਠਾ ਸੀ ਕਿ ਜੀ ਇੱਥੇ ਉਹ ਖਤਮ ਹੋ ਰਹੀ ਹੈ ਜੀ ਡੈਮੋਕ੍ਰੇਸੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇਹਨੂੰ ਫਸਾ ਲਿਆ ਕਿ ਕੁੜੀ ਵਾਲੇ ਮਸਲੇ 'ਚ ਕਿ ਮੇਰੇ ਨਾਲ ਮੁਲੈਸ ਕੀਤਾ। ਉਸ ਤੋਂ ਬਾਅਦ ਇਹੋ ਜਿਹਾ ਇਹ ਕੁੱਕੜ ਬਣਿਆ, ਬੋਲਿਆ ਹੀ ਨਹੀਂ। ਕੋਈ ਉੱਥੇ ਕੋਈ ਬਾਣੀਆਂ ਦਾ ਪੁੱਤ ਨਹੀਂ ਬੈਠਾ ਉੱਥੇ ਸਰਹੱਦਾਂ 'ਤੇ, ਕੋਈ ਉੱਥੇ ਰਈਸ ਜ਼ਾਦੇ ਦਾ ਨਹੀਂ ਬੈਠਾ, ਕੋਈ ਪੋਲੀਟੀਸ਼ੀਅਨ ਦਾ ਪੁੱਤ ਨਹੀਂ ਬੈਠਾ, ਉੱਥੇ ਕਿਸਾਨਾਂ ਦੇ ਹੀ ਪੁੱਤ ਬੈਠੇ। ਉਵੇਂ ਉਹ ਜਿਹੜੇ ਬੈਠੇ ਆ ਉੱਥੇ, ਤੁਸੀਂ ਉਹਨਾਂ ਦੇ ਧੀਆਂ ਭੈਣਾਂ ਮਾਵਾਂ ਨੂੰ ਤਾਂ ਤੁਸੀਂ ਮਾਰਨ 'ਤੇ ਆ ਜਾਓ, ਉਹ ਉੱਥੇ ਚੁੱਪ ਕਰਕੇ ਬਹਿ ਜਾਣਗੇ। 84 ਵਾਲੀ ਗੱਲ ਹੋ ਸਕਦੀ ਹੈ ਜੀ। ਹੁਣ ਹੀ ਇਜ਼ ਦਾ ਬਿਗੇਸਟ ਲੈਂਡਲੋਰਡ ਇਨ ਹੋਲ ਆਫ ਦਾ ਵਰਲਡ। ਇਹਦੇ ਕੋਲ 2,40,000 ਏਕੜ ਜ਼ਮੀਨ ਹੈਗੀ ਹੈ। ਅੱਜ ਉਹ ਦੌਰ ਹੈ ਜਦੋਂ ਧਰਮ ਦੇ ਉੱਤੇ ਪੈਸਾ ਤੇ ਸਿਆਸਤ ਦੋਵੇਂ ਚੀਜ਼ਾਂ ਹਾਵੀ ਹੁੰਦੀਆਂ ਨਜ਼ਰ ਆ ਰਹੀਆਂ ਨੇ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਕਰੋਨਾ ਕਾਲ ਦੀ ਗੱਲ ਕਰਾਂਗੇ। ਤਾਜ਼ਾ ਜੋ ਹਾਲਾਤ ਨੇ, ਕੁੰਭ ਦੇ ਵਿੱਚ ਕਈ ਸੈਂਕੜੇ ਜੋ ਸਾਧੂ ਨੇ ਉਹ ਪੋਜ਼ਿਟਿਵ ਆਏ। ਤਿੰਨ ਮਹਾਮੰਡਲੇਸ਼ਵਰ ਤਾਂ ਕਰੋਨਾ ਕਰਕੇ ਆਪਣੀ ਜਾਨ ਵੀ ਗਵਾ ਬੈਠੇ, ਪਰ ਇੱਕ ਮਹਾਮੰਡਲੇਸ਼ਵਰ ਨੂੰ ਅਸੀਂ ਤੁਹਾਡੇ ਰੂਬਰੂ ਕਰਨ ਲਈ ਲੈ ਕੇ ਆਏ ਹਾਂ ਖਾਸ ਤੌਰ ਤੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਈਸ਼ਵਰਦਾਸ ਸਿੰਘ ਸਿੱਧੂ, महामंडलेश्वर ने निर्मला पंचायती अखाड़ा हरिद्वार दे। स्वागत करांगे डॉक्टर साहब, बहुत स्वागत है खबरसार ते। ਨਮਸਕਾਰ। सर मैं पहला सवाल तो सीधा सवाल करांगा। तीन महामंडलेश्वर जिहड़े ने ਉਹ अपनी जान तो हथ गवा बैठे कुंभ दे करके, तुसी किवें बच गए? ਨਹੀਂ, ਮੈਂ ਤਾਂ ਐਕਤੀ ਵਾਰੀ ਜਾ ਨਹੀਂ ਸਕਿਆ, ਮੈਨੂੰ ਕਾਫੀ ਕੰਮ ਸੀਗੇ ਜੀ। ਤੇ ਵੈਸੇ ਵੀ ਮੈਂ ਆਮ ਬੰਦਿਆਂ ਦੀ ਤਰੀਕੇ ਨਾਲ ਰਾਏ ਨਹੀਂ ਰੱਖਦਾ ਕਿ ਵੀ ਇਹ ਕਿ ਸਾਨੂੰ ਜਾਣਾ ਜ਼ਰੂਰੀ ਸੀਗਾ। ਕੁੰਭ ਇੱਕ ਮਹੱਤਵਪੂਰਨ ਅੰਸ਼ ਹੈ ਹਿੰਦੁਸਤਾਨ ਦੀ ਸਾਧੂ ਪਰੰਪਰਾ ਦਾ, ਤੇ ਉਸ ਦਾ ਆਦਰ ਸਤਿਕਾਰ ਸਾਰੇ ਕਰਦੇ ਆ। ਪਰ ਜਦੋਂ ਹੁਣ ਤੁਹਾਨੂੰ ਪਤਾ ਕਿ ਕਰੋਨਾ ਫੈਲਿਆ ਹੋਇਆ, ਤਾਂ ਕੀ ਇਹ ਹੁਣ ਲੱਖਾਂ ਕਰੋੜਾਂ ਬੰਦੇ ਇਕੱਠੇ ਐਕਟੀ ਵਾਰੀ ਜ਼ਰੂਰ ਕਰਨਾ ਸੀਗਾ? ਨਹੀਂ ਡਾਕਟਰ ਸਾਹਿਬ, ਤੁਹਾਨੂੰ ਉੱਥੇ ਤੋਂ ਨਿਯੋਤਾ ਆਇਆ ਸੀ, ਤੁਸੀਂ ਮਹਾਮੰਡਲੇਸ਼ਵਰ ਹੋ, ਨਿਰਮਲਾ ਪੰਚਾਇਤੀ ਅਖਾੜਾ ਹਰਿਦੁਆਰ 'ਚ ਤੁਹਾਨੂੰ ਉੱਥੇ ਤੋਂ ਨਿਯੋਤਾ ਆਇਆ ਸੀ? ਨਿਹੋਤਾ ਤਾਂ 2-3 ਥਾਂ ਤੋਂ ਆਇਆ ਸੀਗਾ ਜੀ। ਤੇ ਮੈਨੂੰ ਦੋ ਚੀਜ਼ਾਂ ਤੇ ਕਰਨ, ਇੱਕ ਤਾਂ ਮੈਂ ਵਿਅਕਤੀਗਤ ਤੌਰ ਤੇ ਕੁਝ ਮੈਨੂੰ ਆਪਦੀ ਮਜਬੂਰੀਆਂ ਸੀਗੀਆਂ, ਦੂਜੀ ਇਹ ਸੀਗਾ ਕਿ ਵੀ ਇਸ ਵਕਤ ਮੈਂ ਇਸ ਦੇ ਪੱਖ 'ਚ ਨਹੀਂ ਸੀ। ਕਿ ਮੈਨੂੰ ਇਹ ਸੀ ਕਿ ਤੁਸੀਂ ਆਪਦਾ ਜੇ ਕੁੰਭ ਵੀ ਇੱਕ ਵਾਰੀ ਕਰਨਾ ਤਾਂ ਤੁਸੀਂ ਆਪਦੇ ਹਿਰਦੇ 'ਚ ਅੰਦਰ ਆਤਮਿਕ ਤੌਰ ਤੇ ਤੁਸੀਂ ਮਨਾਓ, ਕਿਉਂਕਿ ਇਹਦੇ 'ਚ ਲੋਕਾਂ ਦੀ ਜਾਨ ਮਾਲ ਦਾ ਖਤਰਾ ਸੀ, ਜੋ ਆਪਾਂ ਨੂੰ ਸਾਬਿਤ ਵੀ ਹੋਇਆ। ਲੋਕਾਂ ਨੂੰ ਬਹੁਤ ਨੁਕਸਾਨ ਹੋਇਆ। ਦੇਖੋ, ਇਹ ਲੋਕਾਂ ਦੀ ਆਸਥਾ ਹੁੰਦੀ, ਪਰ ਫਿਰ ਵੀ ਇਹਨੂੰ ਸੰਕੇਤਿਕ ਤੌਰ ਤੇ ਮਨਾਇਆ ਜਾ ਸਕਦਾ, ਬਹੁਤ ਘੱਟ ਬੰਦੇ ਰੱਖੇ ਜਾ ਸਕਦੇ। ਪਰ ਕਿਹਨੂੰ ਫਿਰ ਤੁਸੀਂ ਘੱਟ ਕਰੋਗੇ ਜੀ? ਹੁਣ ਤਾਂ ਲੱਖਾਂ ਕਰੋੜਾਂ ਨਾ ਚੁੱਕੇ। ਹੁਣ ਕੌਣ ਇਫੈਕਟ ਹੋ ਗਿਆ? ਕਈ ਮੇਰੇ ਖਿਆਲ 100 ਤੋਂ ਉੱਤੇ ਸਾਧੂ ਇਫੈਕਟ ਹੋ ਚੁੱਕੇ ਹੈਗੇ। ਸਰ ਆਸਥਾ ਤੇ ਕੋਈ ਸਵਾਲ ਨਹੀਂ, ਆਸਥਾ ਤੇ ਅਸੀਂ ਸਵਾਲ ਨਹੀਂ ਕਰਾਂਗੇ, ਪਰ ਤੁਹਾਨੂੰ ਇਹੀ ਤਾਂ ਲੱਗਦਾ ਹੈ ਨਾ ਵੀ ਜਾਨ ਹੈ तो ਜਹਾਨ ਹੈ। ਜੇ ਜਿਉਂਦੇ ਰਹਾਂਗੇ ਤਾਂ ਹੀ ਅਗਲੀ ਵਾਰ ਵੀ ਕੁੰਭ ਤੇ ਜਾਵਾਂਗੇ। ਜੇ ਜਾਨ ਰਹੀ ਨਾ, ਹੁਣ ਜਿਹੜੇ ਤਿੰਨ ਮਹਾਮੰਡਲੇਸ਼ਵਰ ਆਪਣੀ ਜਾਨੋਂ ਹੱਥ ਗਵਾ ਬੈਠੇ ਨੇ, ਉਹ ਦੁਬਾਰਾ ਕਿਵੇਂ ਕੁੰਭ ਤੇ ਜਾਣਗੇ? ਬਿਲਕੁਲ ਤੁਸੀਂ ਸਹੀ ਫਰਮਾਇਆ ਜੀ। ਇਸ ਕਰਕੇ ਦੇਖੋ, ਆਪਣੀ ਹਿੰਦੁਸਤਾਨ ਦੀ ਜਿਹੜੀ ਪਰੰਪਰਾ ਉਹ ਆਤਮਿਕ ਹੈ, ਧਾਰਮਿਕ ਜਿਹੜੀ। ਇਹ ਬਾਹਰਲੀਆਂ ਚੀਜ਼ਾਂ ਤਾਂ ਇੱਕ ਸੰਕੇਤ ਦੇ ਤੌਰ ਤੇ, ਕਿ ਜਿਵੇਂ ਦੱਸਣਾ ਮੰਨ ਲਿੱਤਾ ਜਾਏ, ਆਪਾਂ ਪੰਡਿਤ ਨੂੰ ਕਈ ਵਾਰੀ ਕਹਿਣ ਲੱਗ ਜਾਂਦੇ ਕਿ ਤੂੰ ਬੋਦੀ ਵਾਲੇ ਆ, ਸਰਦਾਰਾਂ ਦੇ ਆਪਾਂ ਪਗੜੀ ਬੰਨ੍ਹ ਲੈਂਦੇ ਆ, ਜਾਂ ਮੁਸਲਮਾਨਾਂ ਦੇ ਆਪਾਂ ਟੋਪੀ ਦੇਖਦੇ ਹਾਂ। ਤਾਂ ਇਹ ਤਾਂ ਇੱਕ ਆਈਡੈਂਟੀਫਿਕੇਸ਼ਨ ਹੈਗੀ ਹੈ ਜੀ ਕਿ ਹਾਂ ਅਸੀਂ ਇਸ ਸਿਸਟਮ ਨੂੰ ਮੰਨਦੇ ਹਾਂ। ਇਹਦੀਆਂ ਜੋ ਅੱਛੀਆਂ ਚੀਜ਼ਾਂ ਹੈ ਕਿ ਜਿਵੇਂ ਹੁਣ ਇਹਦੇ ਅਹਮ ਬ੍ਰਹਮਸਮੀ, ਅਸੀਂ ਖੁਦ ਹੀ ਰੱਬ ਹਾਂ, ਬ੍ਰਹਮ ਹਾਂ, ਇਹ ਆਪਣੀ ਹਿੰਦੁਸਤਾਨ ਦੀ ਪਰੰਪਰਾ ਹੈਗੀ ਕਿ ਤੁਹਾਡੇ ਅੰਦਰ ਵੀ ਉਹ ਹੈ, ਰਾਮ ਸਾਰਿਆਂ 'ਚ ਹੈ, ਤੁਸੀਂ ਰਾਮ 'ਚ ਹੈਗੇ ਹੋ। ਇਹ ਚੀਜ਼ ਨੂੰ ਜੇ ਆਪਾਂ ਧਿਆਨ ਕਰਕੇ, ਯਾਨੀ ਕਿ ਆਤਮ ਬੋਧ ਕਰਨ ਦਾ ਆਪਣਾ ਹਿੰਦੁਸਤਾਨ ਸਨਾਤਨ ਧਰਮ ਤੇ ਭਾਰਤ ਦੀ ਜਿਹੜੇ ਵੀ ਆਪਣੇ ਸਿਸਟਮ ਹੈਗੇ ਇੱਥੇ, ਖਾਸ ਕਰ ਸਿੱਖੀਜ਼ਮ ਵੀ,
ਉਹ ਅੰਤਰ ਧਿਆਨ ਹੋਣ ਦੀ ਜ਼ਿਆਦਾ ਗੱਲ ਕਰਦੇ ਆ, ਯਾਨੀ ਕਿ ਬਾਹਰ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਤੇ ਬਹੁਤ ਸੂਫੀ ਸੰਤਾਂ ਨੂੰ ਤੁਸੀਂ ਦੇਖਦੇ ਹੋ ਜੀ, ਬਾਬਾ ਬੁੱਲੇ ਸ਼ਾਹ ਕਿੰਨੀਆਂ ਮਤਲਬ ਬੜੀ ਹਰ ਥਾਂ ਤੇ ਉਸ ਵਕਤ ਬੇਇੱਜ਼ਤੀ ਕੀਤੀ ਸੀ ਜਦੋਂ ਔਰੰਗਜ਼ੇਬ ਹੁੰਦਾ ਸੀਗਾ। ਤੇ ਅੰਦਰ ਦੀ ਕ੍ਰਿਆ ਹੈ, ਤੇ ਇਸ ਕਰਕੇ ਜਿਹੜੀ ਕੁੰਭ ਨੂੰ ਵੀ ਐਕਟੀ ਵਾਰੀ ਜ਼ਿਆਦਾ ਤੇ ਹੋਣਾ ਤਾਂ ਇਹੀ ਚਾਹੀਦਾ ਸੀ ਕਿ ਜੀ ਤੁਸੀਂ ਬੜੀ ਘੱਟ ਤੋਂ ਘੱਟ ਸੰਖਿਆ ਵਿੱਚ ਹੁੰਦੇ, ਤੇ ਪਰ ਇਹਨਾਂ ਨੇ ਉਹੀ ਮੇਰੇ ਖਿਆਲ ਸੇਮ ਰਸ਼ ਜਾ ਰਿਹਾ ਹੈ। ਨਹੀਂ, ਤੁਹਾਨੂੰ ਉੱਥੋਂ ਫਿਰ ਦੁਬਾਰਾ ਫੋਨ ਨਹੀਂ ਆਇਆ ਜੇ ਤੁਸੀਂ ਇੱਕ ਵਾਰ ਕਿਹਾ ਹੋਣਾ ਵੀ ਮੈਂ ਨਹੀਂ ਆ ਸਕਦਾ, ਦੁਬਾਰਾ ਫੋਨ ਆਇਆ ਵੀ ਨਹੀਂ ਡਾਕਟਰ ਸਾਹਿਬ ਮਹਾਨ ਮੰਡਲੇਸ਼ਵਰ ਜੀ ਤੁਸੀਂ ਆਓ, ਜ਼ਰੂਰ ਆਓ, ਤੁਸੀਂ ਜ਼ਰੂਰ ਆਓ, ਤੁਸੀਂ ਤੁਹਾਨੂੰ ਫੋਨ ਨਹੀਂ ਆਇਆ ਦੁਬਾਰਾ? ਨਹੀਂ ਜੀ, ਉਹ ਤਾਂ ਮੈਂ ਜਦੋਂ ਜਵਾਬ ਹੀ ਦੇਤਾ ਸੀ ਕਿ ਜੀ ਮੈਨੂੰ ਕੁਝ ਕੰਮ ਹੈਗੇ ਆ, ਤੇ ਉਹ ਚਲੋ ਇੱਕ ਤਰੀਕਾ ਅਸੀਂ ਥੋੜ੍ਹੇ ਜਿਹੇ ਜ਼ਿਆਦਾ ਡੂੰਘਾਈ 'ਚ ਜੇ ਆਪਾਂ ਜਾਈਏ ਤਾਂ ਮੇਰੇ ਵਾਸਤੇ ਤਾਂ ਕੁੰਭ ਵੀ ਅੰਦਰ ਹੀ ਹੈ ਜੀ। ਬਾਹਰ ਦੀ ਕਿਰਿਆ ਸਿਰਫ ਇੱਕ ਸੰਕੇਤਿਕ ਮਾਤਰਾ, ਜਿਹਨੂੰ ਚਲੋ ਜ਼ਰੂਰੀ ਵੀ ਕਈ ਹਿਸਾਬ 'ਚ ਹੁੰਦੀ ਹੈਗੀ ਹੈ ਕਿਉਂਕਿ ਉਸ ਨਾਲ ਮਦਦ ਮਿਲਦੀ ਹੈਗੀ ਰੂਹਾਨੀਅਤ ਨੂੰ, ਲੇਕਿਨ ਅਸਲ ਜਿਹੜੀ ਚੀਜ਼ ਹੈਗੀ ਹੈ ਆਪਣੇ ਦੇਖੋ ਕਿਸੇ ਲੋਕਾਂ ਨੇ ਨਾ, ਤੁਸੀਂ ਉਪਨਿਸ਼ਦ ਮੈਨੂੰ ਨਹੀਂ ਪਤਾ ਸੁਣਿਆ, ਆਮ ਤੌਰ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਉਪਨਿਸ਼ਦ ਕੀ ਹੁੰਦੀ ਹੈ। ਉਪਨਿਸ਼ਦ ਉਹ ਹਿੱਸਾ ਹੈ ਵੇਦਾਂ ਦਾ ਜਿਹੜਾ ਅਖੀਰ 'ਚ ਤੁਸੀਂ ਸਮਝੋ ਕਿ PhD ਅਖੀਰ 'ਚ ਐਂਡ 'ਚ ਹੁੰਦਾ ਜੀ। ਉਹਦੇ ਵਿੱਚ ਕੋਈ ਵੀ ਐਸੀ ਛੋਟੀਆਂ ਮੋਟੀਆਂ ਨਿੱਕੀਆਂ ਗੱਲਾਂ ਰਹਿ ਰੀਤੀਆਂ ਵਾਲੀਆਂ ਕੋਈ ਨਿੱਕੀਆਂ ਆਪਾਂ ਛੋਟੀ ਛੋਟੀ ਚੀਜ਼ਾਂ ਨੂੰ ਮੰਨਦੇ ਆ, ਇਹੋ ਜਿਹਾ ਕੁਝ ਨਹੀਂ ਕਿਹਾ ਗਿਆ। ਆਮ ਤੌਰ ਤੇ ਕੀ ਹੈ ਕਿ ਜਿਵੇਂ ਹੁਣ ਆਪਾਂ ਦੇਖਦੇ ਹਾਂ ਅੱਜ ਦੇ ਟਾਈਮ, ਮੈਂ ਜੱਟ ਸਰਦਾਰਾਂ ਦਾ ਮੈਂ ਬਿਲੋਂਗ ਕਰਦਾ, ਮੇਰੀ ਫੈਮਿਲੀ ਉਸ ਤੋਂ ਹੈਗਾ ਬੈਕਗਰਾਊਂਡ ਉਹ ਹੈਗਾ ਕਿ ਗੁਰਦੁਆਰਿਆਂ 'ਚ ਬੜੇ ਤਵੇ ਲਾਉਂਦੇ ਰਹਿੰਦੇ ਆ ਕਿ ਹਿੰਦੂਆਂ ਦਾ ਐਂ ਜੀ ਇਹਨਾਂ ਨੂੰ ਕੁਝ ਨਹੀਂ ਪਤਾ, ਦੇਵੀ ਦੇਵਤੇ ਤੇ ਫਲਾਣੇ ਨਿੱਕੇ ਮੋਟੇ। ਉਹ ਭਾਈ ਉਹਨਾਂ ਕੋਲ ਉਪਨਿਸ਼ਦਾਂ ਵੀ ਹੈਗੀਆਂ, ਉਹਨਾਂ ਕੋਲ ਵੈਦਾਂਤਿਕ ਲਿਟਰੇਚਰ ਵੀ ਹੈਗਾ, ਤੁਸੀਂ ਪੜ੍ਹ ਕੇ ਦੇਖੋ। ਜੇ ਉਹ ਗ੍ਰੰਥ ਸਾਹਿਬ ਨਾਲ ਨਹੀਂ ਮੇਲ ਖਾਂਦਾ ਤਾਂ ਮੈਨੂੰ ਕਹਿ ਦਿਓ। ਹਰ ਚੀਜ਼ ਜੀ ਆਪਾਂ ਨੂੰ ਛੋਟਾ ਸਿਸਟਮ ਪੜ੍ਹ ਲੈਂਦੇ ਕੋਈ ਦੀਂਦਾ ਕਿ ਜਾ ਕੇ ਜੀ ਮੈਂ ਦੇਖਿਆ ਇੱਕ ਬੜਾ ਵੱਡਾ ਫਿਲਮ ਸਟਾਰ ਹੈ, ਉਹ ਗਣੇਸ਼ ਜੀ ਦੇ ਜਿਹੜੇ ਕੋਲੇ ਚੂਹਾ ਬੈਠਾ ਉਹਦੇ ਕੰਨ 'ਚ ਬੋਲ ਕੇ ਆਪਦੀ ਮੰਨਤ ਪਾ ਰਿਹਾ ਸੀਗਾ, ਮੈਂ ਦੇਖਿਆ। ਬੜਾ ਵੱਡਾ ਫੇਮਸ ਸੁਪਰਸਟਾਰ ਕਹਿੰਦੇ ਆ ਜਿਹਨੂੰ, ਤੇ ਉਹ ਮਾਹੌਲ ਵੀ ਗਿਣਿਆ ਜਾ ਸਕਦਾ ਹੈ। ਪਰ ਇਹ ਹੈ ਕਿ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਛੋਟੀ ਲੈਵਲ ਤੇ, ਜਦੋਂ ਤੁਸੀਂ ਉਪਨਿਸ਼ਦ ਕਰਨੇ ਜਾਓਗੇ, ਕਿਸੇ ਨੂੰ ਹੁਣ ਪਤਾ ਹੈ ਜੀ, ਦੇਖੋ ਆਪਾਂ ਸ਼ਿਵ ਜੀ ਦੀ ਮੂਰਤੀ ਨੂੰ ਪੂਜਦੇ ਹਾਂ ਜਾਂ ਸ਼ਿਵਲਿੰਗ ਨੂੰ ਪੂਜਦੇ ਹਾਂ, ਤੁਹਾਨੂੰ ਹੈਰਾਨੀ ਹੋਊਗੀ ਕਿ ਸ਼ਿਵ ਗੀਤਾ ਵੀ ਹੈਗੀ ਹੈ, ਉਹ ਵੈਦਾਂਤਿਕ ਤੌਰ ਤੇ ਹੈ, ਉਹਦੇ 'ਚ ਕੋਈ ਛੋਟੀਆਂ ਮੋਟੇ ਕੋਈ ਦੇਵੀ ਦੇਵਤਿਆਂ ਵਾਲੀਆਂ ਗੱਲਾਂ ਨਹੀਂ, ਉਹ ਸਿਰਫ ਆਤਮ ਬੋਧ ਦੀਆਂ ਗੱਲਾਂ ਹੈ ਜੋ ਤੁਸੀਂ ਗ੍ਰੰਥ ਸਾਹਿਬ 'ਚ ਵੀ ਪਾਓਗੇ। ਜਿਵੇਂ ਬੁੱਲੇ ਸ਼ਾਹ ਦੀ ਤੁਸੀਂ ਤਾਂ ਹਰ ਬੰਦੇ ਨੂੰ ਪਤਾ ਹੀ ਹੈ, ਕਾਹਨੂੰ ਉਸ 'ਤੇ ਐਕਸਪੈਂਡ ਕਰਨਾ ਹੈਗਾ। ਉਹ ਮਤਲਬ ਉਹ ਚੀਜ਼ਾਂ ਜੋ ਅੰਦਰ ਦੀਆਂ ਕਾਰਵਾਈ ਤੇ ਕਰਦੀ ਸੀ, ਬਾਹਰਲੇ ਵਾਲਿਆਂ ਨੂੰ ਤਾਂ ਲਾਉਂਦਾ ਸੀ, ਸਮੇਂ ਮੌਲਵੀਆਂ ਨੂੰ ਲਾ ਜਾਂਦਾ ਸੀ, ਪੰਡਤਾਂ ਦੀ ਲਾਉਂਦਾ ਸੀ, ਸਭ ਦੀ ਬੇਇੱਜ਼ਤੀ ਕਰ ਜਾਂਦੇ ਸੀਗੇ। ਉਹ ਚੀਜ਼ ਐਸੇ ਕਰਕੇ ਕੁੰਭ ਨੂੰ ਵੀ ਐਕਟਿਵ ਵਾਰੀ ਇਹਨਾਂ ਨੂੰ ਆਤਮ ਬੋਧ ਦੇ ਤੌਰ ਤੇ ਆਤਮ ਕੁੰਭ ਮਨਾਉਣਾ ਚਾਹੀਦਾ ਸੀ। ਜੇ ਬਾਹਰ ਵੀ ਕਰ ਲਿਆ ਮਾੜਾ ਨਹੀਂ ਹੈਗਾ, ਪਰ ਇੰਨਾ ਰਸ਼ ਕਰਨਾ ਜਾਇਜ਼ ਨਹੀਂ ਸੀ। ਦੇਖੋ ਕਈ ਜਣਿਆਂ ਦੀ ਜਾਨਾਂ ਚਲੀਆਂ ਗਈਆਂ, ਤੁਹਾਡੀ ਗੱਲ ਸਹੀ ਹੈ ਜੀ ਕਿ ਹੁਣ ਦੁਬਾਰਾ ਕੌਣ ਆਊਗਾ। ਜੇ ਜਾਨ ਹੈ ਤਾਂ ਜਹਾਂ ਹੈ, ਜਹਾਨ ਹੈ, ਤੇ ਜੇ ਹੁਣ ਤੁਸੀਂ ਤੁਰ ਹੀ ਗਏ ਹੋ ਤਾਂ ਹੁਣ ਮੁੜ ਕੇ ਕੀ ਕਰੋਗੇ। ਲੋਕਾਂ ਦੇ ਵਿੱਚ ਵੀ ਗਲਤ ਸੰਕੇਤ ਜ਼ਿਆਦਾ ਹੁੰਦੇ। ਲੇਕਿਨ ਡਾਕਟਰ ਸਾਹਿਬ ਨੇ ਬਿਲਕੁਲ ਸਹੀ ਕਿਹਾ ਕਿ ਮੈਂ ਸਾਫ਼ ਤੌਰ ਤੇ ਮਨਾ ਕਰਤਾ ਸੀ। ਹੁਣ ਕਈ ਜਣੇ ਇਹ ਵੀ ਸੋਚ ਰਹੇ ਹੋਣ ਕਿ ਸ਼ਾਇਦ ਡਾਕਟਰ ਸਾਹਿਬ ਡਰ ਗਏ ਕਰੋਨਾ ਕੋਲੋਂ, ਇਸ ਕਰਕੇ ਨਹੀਂ ਗਏ। ਮੇਰੇ ਖਿਆਲ ਜੋ ਸਮਾਂ ਚੱਲ ਰਿਹਾ ਹੈ ਨਾ, ਡਰਨਾ ਹੀ ਸਭ ਤੋਂ ਵੱਡੀ ਸਿਆਣਪ ਹੈ ਇਸ ਵੇਲੇ। ਜੇ ਤੁਸੀਂ ਇਹ ਸੋਚ ਰਹੇ ਹੋ ਬੰਦਾ ਡਰ ਗਿਆ ਇਸ ਕਰਕੇ ਨਹੀਂ ਆਇਆ, ਬੜੀ ਚੰਗੀ ਗੱਲ ਹੈ। ਉਸ ਦੇ ਡਰ ਨੇ ਉਸ ਦੀ ਜਾਨ ਤਾਂ ਘੱਟੋ ਘੱਟ ਬਚਾਈ ਹੈ। ਪਰ ਇੱਕ ਖਬਰ ਹੋਰ ਪੜ੍ਹ ਰਿਹਾ ਸੀ ਮੈਂ ਅਖਬਾਰ ਦੇ ਵਿੱਚ, ਜਿਹੜਾ ਇੱਕ ਜੱਥਾ ਪਾਕਿਸਤਾਨ ਤੋਂ ਵਿਸਾਖੀ ਮਨਾ ਕੇ ਵਾਪਸ ਆਇਆ ਹੈ, 100 ਦੇ ਕਰੀਬ ਉੱਥੇ ਪੋਜ਼ੀਟਿਵ ਆਏ, ਤੇ ਉਹ ਆਪਣੀਆਂ ਰਿਪੋਰਟਾਂ ਨੂੰ ਫਾੜ ਕੇ ਮੈਡੀਕਲ ਸਟਾਫ ਦੇ ਨਾਲ ਬਸਲੂਕੀ ਕੀਤੀ ਹੈ, ਤੇ ਉਹ ਵੀ ਭੱਜ ਕੇ ਫਰੰਟ ਪੇਜ ਤੇ ਖਬਰ ਲੱਗੀ ਹੋਈ ਹੈ। ਦੇਖੋ ਜੀ, ਪਹਿਲੀ ਗੱਲ ਤਾਂ ਤੁਸੀਂ ਗੁਰੂਆਂ ਨੇ ਕੀ ਕਿਹਾ ਜੀ, ਕਿੱਥੇ ਲਿਖਿਆ ਹੈ ਕਿ ਜਾ ਕੇ ਤੁਸੀਂ ਧਾਰਮਿਕ ਸਥਾਨਾਂ ਤੇ ਤੁਹਾਨੂੰ ਰੱਬ ਮਿਲਣਾ। ਨਨਕਾਣਾ ਸਾਹਿਬ ਠੀਕ ਆ, ਜਾਓ, ਗੁਰੂ ਨਾਨਕ ਦੇਵ ਜੀ ਦੀ ਥਾਂ ਹੈਗੀ ਹੈ, ਜਾਣਾ ਚਾਹੀਦਾ, ਕੌਣ ਕਹਿੰਦਾ, ਲੇਕਿਨ ਇਹ ਜ਼ਰੂਰੀ ਹੈ ਕਿ ਹੁਣੇ ਹੀ ਜਾਣਾ ਕਿ ਮੈਂ ਤਾਂ ਔਖਲੀ 'ਚ ਸਿਰ ਦੇਣਾ ਹੀ ਦੇਣਾ, ਮੈਂ ਤਾਂ ਨਾਲ ਵਿੱਚ ਪਿੱਛੇ ਹੀ ਜਾਣਾ। ਫਿਰ ਜੇ ਤੁਸੀਂ ਐਡੇ ਤੁਹਾਡੇ ਅੰਮ੍ਰਿਤ ਛਕੇ ਹੋਏ ਹੋ ਤਾਂ ਫਿਰ ਭਾਈ ਤੁਸੀਂ ਸੁੱਚੇ ਵੀ ਹੋ ਜਾਓ। ਜੇ ਫੜੇ ਗਏ ਤੁਹਾਨੂੰ ਕਰੋਨਾ ਹੋ ਗਿਆ ਤਾਂ ਭੱਜਦੇ ਕਾਹਨੂੰ? ਇੱਕ ਸਿੰਘਾਂ ਵਾਂਗੂ ਡਟੇ ਰਹੋ ਕਿ ਹਾਂਜੀ ਹੋ ਗਿਆ ਜੀ, ਲਓ ਜੀ ਸਾਨੂੰ ਕੁਆਰੰਟੀਨ ਕਰ ਦਿਓ। ਫਿਰ ਕੀ ਹੋ ਜਾਣਾ ਸੀਗਾ? ਉਹ ਤੁਹਾਨੂੰ ਫਾਇਲ ਲਾ ਦੇਣਾ ਸੀ ਭਾਈ। ਤੁਸੀਂ ਤਾਂ ਇੱਕ ਕਾਇਰਾਂ ਵਾਂਗੂ ਭੱਜਿਓ ਜਾਂ ਮੂਰਖਾਂ ਵਾਂਗੂ, ਦੋ ਚੀਜ਼ਾਂ। ਜਾਂ ਤਾਂ ਕਾਇਰ ਬੰਦਾ ਇਹੋ ਜਿਹਾ ਕਰੂਗਾ ਤੇ ਜਾਂ ਮੂਰਖ ਬੰਦਾ ਕਰੂਗਾ। ਯਾਰ ਸਾਨੂੰ ਤਾਂ ਕਰੋਨਾ ਡਿਕਲੇਅਰ ਕਰਤਾ ਤਾਂ ਤੁਸੀਂ ਕਾਗਜ਼ ਤੱਕ ਫਾੜਦੇ ਜੀ ਕਿ ਸਾਨੂੰ ਪਤਾ ਨਹੀਂ ਲੱਗ ਸਕਣ। ਜੇ ਹੋ ਗਿਆ ਫਿਰ ਕਰੋਨਾ, ਫਿਰ ਕੀ ਹੋ ਗਿਆ? ਪਹਿਲੀ ਗੱਲ ਗਏ ਕਿਉਂ? ਅੱਜ ਦੇ ਦਿਨ ਨਹੀਂ ਜਾਣਾ ਸੀ। ਰੱਬ ਦਾ ਨਾਂ ਲੈਂਦੇ ਗੁਰੂ ਹੈ ਬਾਬਾ ਨਾਨਕ, ਮੈਂ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ। ਗੁਰੂ ਨਾਨਕ ਦੇਵ ਜੀ ਦਾ ਬਚਨ ਹੈਗੇ ਆ, ਨੰਗੇ ਆਏ ਹੋ ਕੁਛ ਨਹੀਂ ਮਿਲਣਾ। ਇਹ ਜਾ ਕੇ ਤੁਸੀਂ ਉੱਥੇ ਧਾਰਮਿਕ ਸਥਾਨਾਂ ਜ਼ਰੂਰ ਜਾਓ ਜਿਹਦਾ ਆਸਥਾ ਹੈਗੀ ਜਾਣ ਦੀ। ਅੱਜ ਦੇ ਵਕਤ ਕੀ ਜ਼ਰੂਰੀ ਸੀ, ਕੀ ਦੰਦੀ ਵੱਡੀ ਸੀ ਤੁਹਾਨੂੰ ਕਿ ਅੱਜ ਦੇ ਟਾਈਮ ਤੁਸੀਂ ਜਾਣਾ ਹੀ ਜਾਣਾ। ਤੇ ਬਾਕੀ ਜੇ ਤੁਸੀਂ ਆਪਦੇ ਕਰਮ ਦਾ ਫਲ ਦੇਖੋ ਜੀ, ਸਭ ਨੂੰ ਮਿਲਦਾ ਹੈ। ਤੁਸੀਂ ਜੇ ਚੀਜ਼ ਕੀਤੀ ਗਏ, ਤੁਹਾਨੂੰ ਕਰੋਨਾ ਹੋ ਗਿਆ, ਕਰੋਨਾ ਹੋ ਗਿਆ ਤਾਂ ਇਹਦੇ 'ਚ ਸੱਚਾਈ ਕੀ ਹੈ? ਫਿਰ ਇੱਕ ਸੱਚੇ ਸਿੱਖ ਵਾਂਗੂ ਖੜੇ ਹੋ ਰਹੋ ਸਾਹਮਣੇ
ਕਿ ਮੈਨੂੰ ਹੋ ਗਿਆ ਤਾਂ ਮੈਂ ਮੰਨਦਾ ਜੀ, ਮੈਨੂੰ ਹੋ ਗਿਆ, ਮੇਰੇ ਹੱਥ ਖੜੇ ਆ, ਮੈਨੂੰ ਆ ਫੜ ਕੇ ਅੰਦਰ 14 ਦਿਨ ਹੀ ਦੇਣਾ ਹੈ, 2 ਹਫ਼ਤੇ ਦੇ ਦਿਓ, ਮਹੀਨਾ ਦੇ ਦਿਓ, ਫਿਰ ਕੀ ਹੋ ਜਾਊਗਾ। ਝੂਠ ਕਿਉਂ ਕਰਦੇ ਹੋ ਤੁਸੀਂ? ਇੱਕ ਗਵਾਰਾਂ ਵਾਂਗੂ ਭੱਜੇ ਹੋ ਤੁਸੀਂ, ਕਾਰਾਂ ਵਾਂਗੂ ਭੱਜੇ ਹੋ, ਗਿੱਦੜਾਂ ਵਾਂਗੂ ਭੱਜੇ ਹੋ, ਸਿੰਘਾਂ ਵਾਂਗੂ ਡਟ ਕੇ ਰਹਿੰਦੇ ਨਾ। ਮੈਨੂੰ ਹੋ ਗਿਆ ਕਰੋਨਾ, ਹੋ ਗਿਆ, ਕੀ ਪੱਟ ਲੂ ਸਾਡਾ ਕਰੋਨਾ, ਐਂ ਭਾਵੇਂ ਕਹਿ ਦਿਓ, ਖੜੇ ਰਹੋ ਫਿਰ ਡਟ ਕੇ। ਦਵਾਈਆਂ ਖਾਓ, 4 ਚੀਜ਼ਾਂ ਹੋਰ ਖਾਓ, ਉਹ ਕੋਈ ਐਡੀ ਔਖੀ ਨਹੀਂ ਆ। ਮੈਨੂੰ ਕਿਸੇ ਨੇ ਇੱਥੇ ਪੋਸਟ ਪਾਈ ਸੀ, ਮੈਂ ਦੇਖਿਆ, ਉਹ ਸ਼ਾਇਦ ਮੇਰੀ ND ਵਾਲੀ ਪੋਸਟ 'ਤੇ ਸੀਗਾ ਜਾਂ ਮੈਂ ਜਿੱਥੇ ਮੈਂ ਗਰੁੱਪ 'ਚ ਹੈਗਾ ਸਾਡੇ, ਉਹ ਦਿੱਤਾ ਸੀ, ਕਹਿੰਦਾ ਕਿ ਮੈਨੂੰ ਵਿਟਾਮਿਨ C ਉਹਨਾਂ ਨੇ ਮੈਕਸਿਮਮ ਦੇਤੀ, ਕਹਿੰਦਾ ਮੈਂ ਉਸੇ ਨਾਲ ਠੀਕ ਹੋ ਗਿਆ। ਵਿਟਾਮਿਨ C ਮੇਰੇ ਖਿਆਲ 'ਚ ਡਾਕਟਰ ਹੀ ਸੀ, ਕਹਿੰਦਾ ਜਿੰਨਾ ਮੈਂ ਠੀਕ ਹੋ ਗਿਆ ਮੈਕਸਿਮਮ। ਵਿਟਾਮਿਨ C ਚਾਹੀਦੀ ਹੈ ਜੀ ਹਾਈ ਡੋਜ਼ੇਜ, ਔਰ ਵਿਟਾਮਿਨ C, ਵਿਟਾਮਿਨ A ਐਂਡ ਵਿਟਾਮਿਨ D ਇਹ ਰეკਮੈਂਡ ਮਤਲਬ ਕਰਦੇ ਹੈਗੇ ਆ। ਤੇ ਤੁਸੀਂ ਇੰਨੇ ਕੁ ਨਾਲ ਹੀ ਕਹਿੰਦਾ ਕਿਉਰ ਹੋ ਜਾਂਦਾ ਹੈਗਾ, ਤੇ ਐਡੀ ਕਾਹਦੀ ਗੱਲ ਸੀ। ਲੇਕਿਨ ਡਾਕਟਰ ਸਾਹਿਬ ਇਹ ਪਹਿਲੀਆਂ ਤਸਵੀਰਾਂ ਨਹੀਂ, ਇਸ ਤੋਂ ਪਹਿਲਾਂ ਤਬਲੀਗੀ ਜਮਾਤ ਪਿਛਲੇ ਸਾਲ ਅਸੀਂ ਦੇਖਿਆ ਹੈ, ਹੋਰ ਤਸਵੀਰਾਂ ਵੀ ਮੇਰੇ ਖਿਆਲ ਦੇ ਵਿੱਚ ਹਜ਼ੂਰ ਸਾਹਿਬ ਤੋਂ ਵੀ ਜੋ ਨੇ ਉਹ ਸਾਹਮਣੇ ਆਈਆਂ ਸੀ, ਨਾਂਦੇੜ ਸਾਹਿਬ ਤੋਂ ਉਹ ਵੀ ਸਾਹਮਣੇ ਆਈਆਂ ਸੀ। ਮਗੀ ਅਸੀਂ ਸਮਝਣ ਨੂੰ ਤਿਆਰ ਨਹੀਂ, ਜਾਂ ਫਿਰ ਸਾਨੂੰ ਇਹ ਮਖੌਲ ਲੱਗੀ ਜਾਂਦਾ ਹੈ? ਨਹੀਂ, ਮਖੌਲ ਤਾਂ ਨਹੀਂ ਲੱਗਦਾ, ਜਾਹਿਲੀਅਤ ਹੈ, ਇੱਕ ਜਾਹਿਲ ਹੋਣ ਦਾ ਸੰਕੇਤ ਆ। ਉਹਨਾਂ ਉੱਥੇ ਜਾ ਕੇ ਹਜ਼ੂਰ ਸਾਹਿਬ ਉਹ ਤਲਵਾਰਾਂ ਲੈ ਕੇ ਮਗਰ ਪੈ ਗਏ, ਫੋਟੋ ਆਪਾਂ ਦੇਖਿਆ ਸਾਰਿਆਂ ਨੇ ਉਹਦੇ 'ਤੇ। ਅਤੇ ਤਬਲੀਗੀ ਜਮਾਤ ਵਾਲੇ ਵੀ ਉਹ ਸਾਰੇ ਥਾਂ 'ਤੇ ਥੁੱਕ ਸਿੱਟ ਰੱਖਿਆ ਸੀ। ਇਹ ਤਾਂ ਨਹੀਂ ਸੀਗਾ, ਉਹਨਾਂ ਨੂੰ ਪਤਾ ਨਹੀਂ ਸੀ, ਪਰ ਉਦੋਂ ਨਵਾਂ ਆਇਆ ਸੀਗਾ। ਯਾਨੀ ਕਿ ਕੋਈ ਹੋਵੇ, ਹਿੰਦੂ ਹੋਣ, ਮੁਸਲਮਾਨ ਹੋਣ, ਕ੍ਰਿਸਚੀਅਨ ਹੋਣ, ਸਿੱਖ ਹੋਣ, ਇਹ ਜਿਹੜੇ ਉਹ ਕੱਟੜਪੰਥੀ ਜੇ ਹੈਗੇ ਨਾ ਜੀ, ਇਹਨਾਂ ਦੇ ਪੱਲੇ ਨਹੀਂ ਪੈਂਦੀ। ਇਹ ਤਾਂ ਕਹਿੰਦੇ ਜੀ ਅਸੀਂ ਤਾਂ ਕਰਨਾ ਹੀ ਕਰਨਾ, ਅਸੀਂ ਜਾਣਾ ਹੀ ਜਾਣਾ, ਅਸੀਂ ਤਾਂ ਮੰਦਰ ਵੀ ਜਾਣਾ, ਅਸੀਂ ਤਾਂ ਮਸਜਿਦ ਵੀ ਜਾਣਾ, ਚਰਚ ਵੀ ਜਾਣਾ, ਗੁਰਦੁਆਰੇ ਵੀ ਜਾਣਾ। ਉਹ ਭਾਈ ਥੋੜ੍ਹਾ ਜਿਹਾ ਸਾਂਭ ਕੇ ਚਲੇ ਜਾਓ। ਬਾਬੇ ਨੇ ਤੁਹਾਨੂੰ ਇਹ ਤਾਂ ਨਹੀਂ ਕਿਹਾ ਸੀ ਕਿ ਯਾਰ ਤੁਸੀਂ ਜਾ ਕੇ ਮਰਨਾ ਹੈ। ਤੁਸੀਂ ਜੇ ਮਰਨਾ ਤਾਂ ਫਿਰ ਅੰਦਰ ਮਰੋ ਨਾ, ਆਪਣੇ ਆਪ 'ਚ ਜਾਓ, ਆਤਮ ਬੋਧ ਕਰੋ, ਆਪਣੇ ਆਤਮਾ ਦੇ ਵਿੱਚ ਜਾਓ, ਰੱਬ ਨੂੰ ਧਿਆਨ ਕਰੋ, ਗੁਰੂ ਨਾਨਕ ਦਾ ਧਿਆਨ ਕਰੋ, ਜੀ ਯੀਸ਼ੂ ਦਾ ਕਰੋ, ਜਾਂ ਅੱਲਾ ਮੀਆਂ ਨੂੰ ਯਾਦ ਕਰੋ, ਜਾਂ ਰਾਮ ਕਰੋ। ਜ਼ਰੂਰੀ ਹੈਗਾ ਕਿ ਤੁਹਾਨੂੰ ਉੱਥੇ ਜਾ ਕੇ ਹੀ ਫਾਇਲ ਲੈਣਾ ਕਿ ਮੈਂ ਤਾਂ ਕੁੰਭ 'ਤੇ ਵੀ ਜਾਊਂਗਾ ਜੀ, ਮੈਂ ਤਾਂ ਇੱਥੇ ਵੀ ਕੀ ਕਹਿੰਦੇ ਹੁੰਦੇ ਆ ਨੰਦੇੜ ਸਾਹਿਬ ਜਾਊਂਗਾ, ਮੈਂ ਤਾਂ ਉੱਥੇ ਵੀ ਜਾਊਂਗਾ, ਨਨਕਾਣਾ ਸਾਹਿਬ। ਤੋਂ ਤਬਲੀਗੀ ਵਾਲੇ ਕਹਿੰਦੇ ਅਸੀਂ ਤਾਂ ਜੀ ਮੀਟਿੰਗ ਕਰਨੀ ਹੈ, ਬਾਹਰ ਦੇ ਫੌਰਨ ਵਾਲੇ ਬੁਲਾ ਰੱਖੇ ਸੀਗੇ ਜੀ ਸਾਰੇ। ਸੋ ਇਹ ਦੇਖੋ, ਕੋਈ ਪਹਿਲੀ ਗੱਲ ਤਾਂ ਬੜੀ ਕਲੀਅਰ ਹੋਣੀ ਚਾਹੀਦੀ ਹੈ, ਕੋਈ ਡਰ ਕੇ, ਜਿਵੇਂ ਤੁਸੀਂ ਗੱਲ ਕਰਦੇ ਹੋ, ਕੋਈ ਡਰ ਕੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਹੈ। ਜੇ ਨਾ ਹੈਗੀ ਹੈ ਤਾਂ ਆਪਦੇ ਤਰੀਕੇ 'ਤੇ ਜੀ ਅਸੀਂ ਤਾਂ ਸ਼ੁਰੂ ਤੋਂ ਹੀ ਥੋੜ੍ਹੇ ਅੰਤਰ ਧਿਆਨੀ ਰਹੇ ਹੈਗੇ। ਤੇ ਮੇਰੇ ਵਾਸਤੇ ਤਾਂ ਰੱਬ ਅੰਦਰ ਹੀ ਹੈ, ਗੰਗਾ ਵੀ ਅੰਦਰ ਹੈ, ਅੱਲਾ ਮੀਆਂ ਵੀ ਅੰਦਰ ਹੈ, ਤੇ ਉਹ ਜਿਹੜੀ ਚਰਚ ਵੀ ਸਾਡੇ ਅੰਦਰ ਹੀ ਹੈਗੀ ਹੈ। ਸਾਨੂੰ ਕੁਝ ਬਾਹਰ ਨਹੀਂ ਦਿੰਦਾ। ਬਾਹਰ ਤਾਂ ਅਸੀਂ ਇੱਕ ਮਾਇਆ ਮੋਹ ਦੇ ਵਿੱਚ ਫਿਰਦੇ ਹੈਗੇ ਆ, ਇੱਕ ਸ਼ਕਲਾਂ ਮੂਰਤਾਂ ਹੈਗੀਆਂ। ਤੁਹਾਨੂੰ ਮੈਂ ਦੱਸਿਆ ਕਿ ਆਮ ਤੋਂ ਆਪਾਂ ਸ਼ਿਵ ਜੀ ਨੂੰ ਤਾਂ ਪੁੱਛਦੇ ਹਾਂ, ਸ਼ਿਵ ਜੀ ਦਾ ਕਿਤੇ ਸ਼ਿਵ ਜੀ ਦੇ ਮੂੰਹੋਂ ਸ਼ਿਵ ਗੀਤਾ ਕਿਸੇ ਨੇ ਸੁਣੀ ਹੈ? ਤੁਹਾਡੇ ਕੋਲ ਹੈਗੀ? ਮੇਰੇ ਕੋਲ ਪਈ ਹੋਊਗੀ ਹਲੇ ਵੀ, ਮੈਂ ਪੜ੍ਹੀ ਹੈ, ਖੁਦ ਪੜ੍ਹੀ ਹੈ। ਉਹਦੇ ਵਿੱਚ ਛੋਟੀ ਮੋਟੀ ਗੱਲ ਉਹਨਾਂ ਨੇ ਕੀਤੀ ਹੋਵੇ ਤਾਂ ਦੱਸੋ ਜੀ। ਮਤਲਬ ਉਹ ਹਾਈਐਸਟ ਜਿਹੜੀ ਟੀਚਿੰਗਸ ਹੈਗੀਆਂ ਸਨਾਤਨ ਧਰਮ ਦੀਆਂ, ਖਾਸ ਕਰ ਆਪਾਂ ਨੇ ਵੇਦਾਂਤ ਜੋ ਪੜ੍ਹਿਆ ਹੀ ਨਹੀਂ ਜੀ, ਤੁਹਾਨੂੰ ਪਤਾ ਹੀ ਨਹੀਂ ਕਿ ਵੀ ਕਿਹੜੀਆਂ ਗੀਤਾ ਹੈਗੀਆਂ। ਆਪਾਂ ਸੋਚਦੇ ਇੱਕੋ ਹੀ ਗੀਤਾ ਜੀ ਬਸ, ਉਹ ਜਿਹੜੀ ਕ੍ਰਿਸ਼ਨ ਜੀ ਵਾਲੀ। ਨਹੀਂ ਭਾਈ, ਪਤਾ ਨਹੀਂ ਕਿੰਨੀਆਂ ਗੀਤਾ ਹੈਗੀਆਂ। ਉਹ ਵੇਦਾਂਤ ਦਾ ਹਿੱਸਾ ਹੈ। ਵੇਦਾਂਤ ਹੁੰਦਾ ਕਿ ਵਿਦਿਆ ਦਾ ਜਦੋਂ ਅੰਤ ਹੁੰਦਾ ਉਸ ਨੂੰ ਵੇਦਾਂਤ ਕਿਹਾ ਜਾਂਦਾ। ਉਹਦੇ ਵਿੱਚ ਛੋਟੇ ਮੋਟੇ ਕੋਈ ਦੇਵੀ ਦੇਵਤਿਆਂ ਦੀਆਂ, ਕੋਈ ਛੋਟੇ ਮੋਟੇ ਕਿ ਸੂਰਜ ਨੂੰ ਪੂਜਣਾ ਹੈ, ਕੋਈ ਇਹਨੂੰ ਕਰਨਾ ਹੈ, ਇਹੋ ਜਿਹਾ ਕੁਛ ਨਹੀਂ ਹੈ ਕਿ ਦੁਰਗਾ ਜੀ ਨੂੰ ਜਾਂ ਫਲਾਣਾ। ਨਾ, ਉਹ ਸਾਰੀ ਬਿਲਕੁਲ ਉਹ ਤੁਹਾਡੇ ਕੋਲ ਬ੍ਰਹਮ ਗਿਆਨ ਦੀ ਗੱਲ ਕਰਦੇ ਹੈਗੀਆਂ। ਇਹ ਜਿਹੜੇ ਵੇਦਾਂਤ ਸਿਸਟਮ ਹੈ, ਜਿਹੜਾ ਚਾਰੇ ਵੇਦਾਂ ਦੇ ਪਿੱਛੇ ਅਖੀਰ ਸਹੀ ਉਹਨੂੰ ਉਪਨਿਸ਼ਦ ਕਹਿੰਦੇ ਆ। ਜਦੋਂ ਸਭ ਕੁਝ ਸ਼ੁੱਧ ਹੋ ਜਾਂਦਾ ਹੈ, ਯਾਨੀ ਕਿ ਜਦੋਂ ਤੁਸੀਂ ਗੁਰੂ ਦੇ ਪੈਰਾਂ 'ਚ ਬੈਠੇ ਹੋ, ਉਹਨੂੰ ਉਪਨਿਸ਼ਦ ਕਿਹਾ ਜਾਂਦਾ ਹੈ। ਉਹ ਹਿੱਸਾ ਪੜ੍ਹਦੇ ਨਹੀਂ, ਯਾਨੀ ਕਿ PhD ਸਮਝ ਲਓ ਇੱਕ ਤਰ੍ਹਾਂ ਦੀ ਆਪਣੀ ਸਨਾਤਨ ਧਰਮ ਦੀ। ਉਹ ਕਿਸੇ ਨੇ ਸੁਣੀ ਨਹੀਂ ਹੁੰਦੀ। 108 ਹੈ, ਕਿਸੇ ਨੇ ਪੜ੍ਹੀਆਂ, ਮੈਂ ਪੜ੍ਹੀ ਹੈ, ਇੱਕ ਪੜ੍ਹੀ ਹੈ, ਸ਼ਬਦ ਬਾਏ ਸ਼ਬਦ ਪੜ੍ਹੀ ਹੈ। ਉਹਦੇ 'ਚ ਕੋਈ ਛੋਟੀ ਮੋਟੀ ਗੱਲ ਹੀ ਨਹੀਂ ਕਰਦੇ। ਉਵੇਂ ਗ੍ਰੰਥ ਸਾਹਿਬ ਦੀ, ਹੁਣ ਗ੍ਰੰਥ ਸਾਹਿਬ ਤੋਂ ਜਿਹੜਾ ਸਾਨੂੰ ਸੰਕੇਤ ਮਿਲਦਾ, ਸਾਨੂੰ ਆਹ ਨਹੀਂ ਮਿਲਦਾ ਸੰਕੇਤ ਕਿ ਜੀ ਮੈਂ ਉੱਥੇ ਜਾ ਕੇ ਮੱਥਾ ਟੇਕਣਾ, ਜ਼ਰੂਰ ਮੱਥਾ ਟੇਕਣਾ ਅੰਦਰ, ਸਜਦਾ ਕਰਨਾ ਅੰਦਰ, ਰੱਬ ਨੂੰ ਕਰਨਾ ਕਿ ਕਿਹਨੂੰ ਕਰਨਾ, ਦਿਖਾਵੇ ਦਾ। ਜਿਵੇਂ ਕਬੀਰ ਜੀ ਕਹਿੰਦੇ ਹੁੰਦੇ ਸੀ ਕਿ ਬਾਹਰੋਂ ਮੁੱਲਾ ਰੌਲਾ ਪਾਈ ਜਾਂਦਾ ਹੈ ਕਿ ਕਹਿੰਦਾ ਬਾਂਗ ਦੇ, ਕਹਿੰਦਾ ਬਹਿਰਾ ਹੁਆ ਖੁਦਾ ਹੈ। ਉਵੇਂ ਕ੍ਰਿਸਚੀਅਨਸ ਦਾ ਹੈਗਾ। ਦੇਖੋ, ਆਪਾਂ ਲੋਕਾਂ ਨੂੰ ਆਮ ਤੌਰ 'ਤੇ ਪਤਾ ਨਹੀਂ ਕਿ ਜਿਹੜੇ ਆਪਣੇ ਜੀਸਸ ਸਾਹਿਬ ਕੀ ਬੋਲ ਕੇ ਗਏ ਸੀ। ਉਹ ਥੋੜ੍ਹੀ ਜਿਹੀ ਆਪਾਂ ਪੰਜਾਬੀ 'ਚ ਗੱਲ ਕਰੀਏ, ਸਮਝੇ ਤਾਂ ਇੰਨੀ ਆਸਾਨ ਹੈਗੀ। ਮੈਂ ਇੱਕ ਮੇਰੀ ਕਿਤਾਬ ਵੀ ਲਿਖੀ ਹੈ ਯੋਗਾ ਆਫ ਜੀਸਸ, ਕਿ ਉਹਨੂੰ ਮੈਂ ਇੰਟਰਪ੍ਰੇਟ ਕੀਤਾ ਉਹਨਾਂ ਦੀ ਕਿ ਜੀ ਉਹਨਾਂ ਦੀ ਹਾਈਐਸਟ ਫਿਲੋਸਫੀ ਕੀ ਹੈਗੀ, ਆਪਣੇ ਵਰਗੀ ਹੀ ਹੈ। ਇਹਨਾਂ ਨੂੰ ਨਹੀਂ ਸਮਝ ਆਈ ਕ੍ਰਿਸਚੀਅਨਸ ਨੂੰ, ਇਹਨਾਂ ਨੂੰ ਹਾਲੇ ਤੱਕ ਨਹੀਂ। ਉਹ ਤਾਂ ਰੱਬ ਬਣਾ ਲਿਆ ਉਹਨਾਂ ਦਾ ਜੀਸਸ ਸਾਹਿਬ ਨੂੰ। ਉਹ ਕਹਿੰਦੇ ਆਈ ਐਮ ਇਨ ਮਾਈ ਫਾਦਰ ਇਜ਼ ਇਨ ਮੀ, ਕਿ ਅਸੀਂ ਰਾਮ 'ਚ, ਰਾਮ ਸਾਡੇ 'ਚ। ਠੀਕ ਹੈ ਜੀ। ਆਈ ਐਂਡ ਮਾਈ ਫਾਦਰ ਆਰ ਵਨ, ਸੋ ਹਮ। ਠੀਕ ਹੈ ਜੀ। ਉਹ ਕਹਿੰਦਾ ਆਈ ਐਮ ਇਨ ਮਾਈ ਫਾਦਰ, ਯੂ ਆਰ ਇਨ ਮੀ, ਆਈ ਐਮ ਇਨ ਯੂ। ਮੈਂ ਰੱਬ 'ਚ, ਮੈਂ ਤੇ ਰੱਬ ਇੱਕ ਹੈ, ਮੈਂ ਰੱਬ 'ਚ ਹੈ, ਰੱਬ ਮੇਰੇ 'ਚ ਹੈ, ਤੁਸੀਂ ਮੇਰੇ 'ਚ ਹੋ, ਮੈਂ ਤੁਹਾਡੇ 'ਚ ਹੈ। ਅਤੇ ਇਹਦਾ ਮਤਲਬ ਤੁਸੀਂ ਵੀ ਉਹੀ ਹੋ, ਤੁਸੀਂ ਖੁਦ ਖੁਦਾ ਹੋ। ਅਹਮ ਬ੍ਰਹਮ ਅਸਮੀ।
ਇਹ ਆਪਣੀ ਹਾਈਐਸਟ ਟੀਚਿੰਗਸ ਹੈਗੀਆਂ। ਇਹੀ ਕਹਿੰਦਾ ਦੇਖੋ ਜੀ ਜੀਸਸ ਸਾਹਿਬ ਦੀ ਗੱਲ ਨਹੀਂ ਸਮਝ, ਉਹ 13 ਸਾਲ ਤੋਂ ਬਾਅਦ ਮਿਸਿੰਗ ਹੋ ਗਈ ਸੀ। 18 ਸਾਲ ਲੋਕਾਂ ਨੇ ਕਿਤਾਬਾਂ ਲਿਖੀਆਂ ਕਿ ਹਿੰਦੁਸਤਾਨ 'ਚ ਆਏ ਸੀ, ਚਲੋ ਨਾ ਵੀ ਆਏ ਹੋਣਗੇ ਤਾਂ ਆਪਣੇ ਹਿੰਦੁਸਤਾਨ ਦੀ ਤਾਂ ਉੱਥੇ ਜਿਹੜਾ ਲਿਟਰੇਚਰ ਸੀਗਾ ਬਹੁਤ ਦੇਰ ਦਾ 323 ਮੇਰੇ ਖਿਆਲ BC ਦੀ ਗੱਲ ਹੈ, ਅਸ਼ੋਕਾ ਨੇ ਭੇਜੇ ਹੋਏ ਸੀਗੇ ਇੱਥੇ ਜੈਰੂਸਲਮ ਵਗੈਰਾ ਆਪਣੇ ਬੰਦੇ, ਉਹ ਸੀਰੀਆ ਨੇੜੇ ਤੁਹਾਡੇ ਦੇ ਏਰੀਆ 'ਚ। ਤੇ ਇਹ ਜਿਹੜਾ 18 ਸਾਲ ਮਿਸਿੰਗ, ਉਹਨਾਂ ਨੇ 1.5 ਸਾਲ ਸਿਰਫ ਟੀਚ ਕੀਤਾ ਸੀ ਜੀਸਸ ਸਾਹਿਬ ਨੇ, ਕਿਸੇ ਨੂੰ ਪਤਾ ਨਹੀਂ। ਟੀਚਿੰਗ ਸੇਮ ਹੈਗੀਆਂ, ਅੰਦਰ ਦੀ ਕਿਰਿਆ। ਰੱਬ ਤੁਹਾਡੇ 'ਚ ਹੈ, ਤੁਸੀਂ ਰੱਬ 'ਚੋਂ, ਸਾਰਾ ਕੁਝ ਰੱਬ ਹੈ, ਇਹ ਮਾਇਆ। ਇਹ ਚੀਜ਼ਾਂ ਆਪਾਂ ਨੂੰ ਸਮਝ ਨਹੀਂ ਆ ਰਹੀਆਂ ਹੈਗੀਆਂ, ਇਸ ਕਰਕੇ ਆਪਾਂ ਬਾਹਰ ਭੱਜਦੇ ਹਾਂ, ਉੱਥੇ ਜਾ ਕੇ ਕਰੋਨਾ ਕਰਾਉਣੇ ਹੈਗੇ। ਉਹ ਯਾਰ ਅੰਦਰ ਕਰ ਲਓ ਇੱਕ ਵਾਰੀ ਅੰਦਰ ਕਰ ਲਓ, ਅਗਲੀ ਵਾਰੀ ਫਿਰ ਜਾਵਾਂਗੇ। ਬਿਲਕੁਲ, ਰੱਬ ਨੇ ਤਾਂ ਕਿਤੇ ਜਾਣਾ ਨਹੀਂ, ਰੱਬ ਨੇ ਉੱਥੇ ਹੀ ਰਹਿਣਾ ਹੈ। ਪਰ ਜੇ ਸਾਨੂੰ ਕਰੋਨਾ ਹੋ ਗਿਆ, ਅਸੀਂ ਮੁੜ ਕੇ ਰੱਬ ਕੋਲ ਨਹੀਂ ਜਾ ਸਕਣਾ, ਨਾ ਮੰਦਰ, ਨਾ ਮਸਜਿਦ, ਨਾ ਗੁਰਦੁਆਰਾ ਸਾਹਿਬ ਦੇ ਵਿੱਚ, ਨਾ ਚਰਚ 'ਤੇ ਵੀ ਜਾ ਹੋਣਾ ਹੈ। ਜੇ ਕਰੋਨਾ ਹੋ ਗਿਆ, ਰੱਬ ਕਿਤੇ ਨਹੀਂ ਜਾਂਦਾ, 4 ਦਿਨ ਬਾਅਦ ਵੀ ਜਾਵਾਂਗੇ। ਸਾਨੂੰ ਉੱਥੇ ਜਾ ਕੇ ਜਿੱਥੇ ਵੀ ਅਸੀਂ ਮੰਨਦੇ ਹਾਂ, ਸਾਨੂੰ ਦਰਸ਼ਨ ਹੋ ਜਾਣੇ ਨੇ। ਡਾਕਟਰ ਸਾਹਿਬ ਅੱਗੇ ਵਧਾਂਗੇ। ਜਿੱਥੇ ਮੈਨੂੰ ਪਤਾ ਹੈ ਤੁਹਾਡੇ ਬਾਰੇ, ਤੁਸੀਂ ਪੋਲੀਟੀਕਲ ਸਾਇੰਸ ਪੜ੍ਹੀ ਹੈ, ਜੀਓ ਪੋਲੀਟਿਕਸ ਵੀ ਪੜ੍ਹੀ ਹੈ, ਅਤੇ ਉਸ ਤੋਂ ਇਲਾਵਾ ਤੁਸੀਂ ਇਕਨੋਮਿਕਸ ਵੀ ਤੁਸੀਂ ਪੜ੍ਹੀ ਹੈ। ਪੋਲੀਟਿਕਸ 'ਤੇ ਆਵਾਂਗੇ ਹੁਣ। ਇਹ ਤਾਂ ਚਲੋ ਅਸੀਂ ਧਾਰਮਿਕ ਜਿਹੜੇ ਖਿਆਲਾਤ ਨੇ ਉਹਨਾਂ ਬਾਰੇ ਗੱਲ ਕੀਤੀ ਹੈ, ਪਰ ਆਪਣੇ ਸਿਆਸਤ ਕਿਹੜਾ ਹਟਦੀ ਹੈ ਜੀ। 5 ਸੂਬਿਆਂ ਵਿੱਚ ਇਲੈਕਸ਼ਨ ਹੋਏ ਨੇ। ਵੈਸਟ ਬੰਗਾਲ ਦੇਖੋ ਕਿੰਨਾ ਮਾੜਾ ਹਾਲ ਹੋਇਆ ਹੈ ਜੀ। ਹੁਣ ਜਾ ਕੇ ਸੁਪਰੀਮ ਕੋਰਟ ਨੇ ਵੀ ਜਦੋਂ ਨੋਟਿਸ ਲਿਆ ਹੈ, 6 ਅਲੱਗ-ਅਲੱਗ ਹਾਈ ਕੋਰਟਸ ਨੇ ਮਾਨਯੋਗ, ਉਹਨਾਂ ਨੇ ਨੋਟਿਸ ਲਿਆ ਹੈ, ਤਾਂ ਜਾ ਕੇ ਉੱਥੇ ਰੈਲੀਆਂ 'ਤੇ ਉਹਨਾਂ ਨੇ ਹੁਣ ਬੈਨ ਲਾਇਆ। ਇਹਨਾਂ ਨੂੰ ਸਮਝ ਨਹੀਂ ਆਉਂਦੀ, ਜਿਨ੍ਹਾਂ ਨੇ ਦੇਸ਼ ਚਲਾਉਣਾ ਹੈ ਉਹ ਲੋਕਾਂ ਨੂੰ ਉੱਥੇ ਮਰਨ ਦੇ ਲਈ ਇਕੱਠੇ ਕਰ ਰਹੇ ਨੇ ਰੈਲੀਆਂ ਦੇ ਵਿੱਚ। ਦੇਖੋ ਜੀ, ਪੋਲੀਟਿਕਸ ਇਜ਼ ਅ ਗੇਮ ਆਫ ਪਾਵਰ। ਉਹਨਾਂ ਨੂੰ ਕੋਈ ਪਰਵਾਹ ਨਹੀਂ, ਨਾ ਤੁਹਾਡੀ ਨਾ ਮੇਰੀ। ਆਪਾਂ ਉਹਨਾਂ ਵਾਸਤੇ ਕੀੜੇ ਮਕੌੜੇ ਆ, ਆਪਣੇ ਤੋਂ ਉਹਨਾਂ ਨੇ ਰਾਜ ਕਰਨਾ। ਦੂਜੀ ਗੱਲ ਆ ਗਈ ਹਾਈ ਕੋਰਟਸ ਤੇ ਸੁਪਰੀਮ ਕੋਰਟ ਦੀ ਜੀ। ਮੇਰਾ ਉਹਨਾਂ 'ਤੇ ਵੀ ਥੋੜ੍ਹਾ ਪ੍ਰਸ਼ਨ ਹੈ ਕਿ ਜੀ ਮਹਾਰਾਜ ਤੁਸੀਂ ਸ਼ੁਰੂ 'ਚ ਕਿਉਂ ਨਹੀਂ ਪਾਇਆ ਹੈ? ਜਦੋਂ ਸਾਰਾ ਕੁਝ ਖਤਮ ਹੋ ਗਿਆ, ਹੁਣ ਕਿਉਂ ਆ ਰਹੇ ਹੋ ਤੁਸੀਂ? ਆਪਣੇ ਹੁਣ ਇੰਨਾ ਮਾੜਾ ਹਾਲ ਹੋ ਗਿਆ ਕਿ ਜੁਡੀਸ਼ੀਅਲ ਸਿਸਟਮ 'ਤੇ ਵੀ 100% ਲੋਕਾਂ ਨੂੰ ਡਾਊਟ ਰਹਿੰਦੀ ਹੈ ਕਿ ਭਾਈ ਜੀ ਨੂੰ, ਜਿਵੇਂ ਰਾਮ ਮੰਦਰ ਦਾ ਜਿਹਨੇ ਫੈਸਲਾ ਦੇ ਤਾ, ਉਹ ਜਾ ਕੇ ਗੋਗਈ, ਉਹ ਚੀਫ ਸੀਗਾ ਜਸਟਿਸ, ਉਹਨੂੰ ਜਾ ਕੇ ਰਾਜ ਸਭਾ ਦਾ ਮੈਂਬਰ ਬਣਾ ਤਾ। ਦੇਖੋ ਰਾਮ ਮੰਦਰ ਹਲੇ ਵੀ ਮੈਂ ਕਹਿੰਦਾ ਕਿ ਵੀ ਭਾਈ ਉਹਦੇ ਜਿਹੜੀ ਤੁਸੀਂ ਆਰਕੀਓਲੋਜੀਕਲ ਸਰਵੇ ਦੀ ਹੈਗੀ ਹੈ ਰਿਪੋਰਟ, ਮੁਸਲਮਾਨ ਬੰਦੇ ਦੀ ਰਿਪੋਰਟ ਹੈਗੀ ਹੈ, ਜਿਹੜਾ ਸੀਗਾ ਕਿ ਵੀ ਭਾਈ ਇਹ ਥੱਲੇ ਮੰਦਰ ਸੀਗਾ, ਉਹ 'ਚ ਕੋਈ ਦੋ ਰਾਏ ਹੈ ਨਹੀਂ ਗੀ। ਮੈਂ ਵੀ ਉਸ ਨਾਲ ਐਗਰੀ ਕਰਦਾ। ਲੇਕਿਨ ਇਹ ਜਿਹੜੇ ਪੋਲੇ ਹੋ ਕੇ ਤੁਸੀਂ ਉਦੋਂ ਕੁਝ ਦਿਨ ਪਹਿਲਾਂ ਇਹ ਬੋਲ ਕੇ ਹਟਿਆ ਸੀ ਗੋਈ, 3 ਜੱਜ ਹੋਰ ਲਈ ਬੈਠਾ ਸੀ ਕਿ ਜੀ ਇੱਥੇ ਉਹ ਖਤਮ ਹੋ ਰਹੀ ਹੈ ਜੀ ਡੈਮੋਕ੍ਰੇਸੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇਹਨੂੰ ਫਸਾ ਲਿਆ ਕਿ ਕੁੜੀ ਵਾਲੇ ਮਸਲੇ 'ਚ ਉਹ ਕਿ ਮੇਰੇ ਨਾਲ ਮੁਲੈਸ ਕੀਤਾ। ਉਸ ਤੋਂ ਬਾਅਦ ਇਹੋ ਜਿਹਾ ਇਹ ਕੁੱਕੜ ਬਣਿਆ, ਬੋਲਿਆ ਹੀ ਨਹੀਂ ਜੀ। ਹੁਣ ਜਾ ਕੇ ਉਹਨੇ ਆਪਦਾ ਅਹੁਦਾ ਲੈ ਲਿਆ ਛੋਟਾ ਜਿਹਾ, ਰਾਜ ਸਭਾ ਦਾ ਮੈਂਬਰ ਜੀ। ਇੱਕ ਸੁਪਰੀਮ ਕੋਰਟ ਦੇ ਜੱਜ ਨੂੰ ਆਪਾਂ ਨੂੰ ਕਿੰਨਾ ਛੋਟਾ ਲੱਗਦਾ, ਭਾਵੇਂ ਮੈਂਬਰ ਬਹੁਤ ਚੰਗੀ ਥਾਂ ਹੈ ਪਰ ਬਹੁਤ ਛੋਟੀ ਲੱਗਦੀ ਹੈ। ਸੋ ਪੋਲੀਟੀਕਲ ਬੰਦੇ ਨੂੰ ਆਪਣੀ ਕੋਈ ਪਰਵਾਹ ਨਹੀਂ ਹੈਗੀ ਹੈ ਜੀ। ਇਹ ਜੇ ਕਹਿਣਗੇ ਜੀ ਉਹ ਕਿ ਚਲ ਮੋਦੀ ਸਾਹਿਬ ਨੇ ਕਰਤੀ ਜਾਂ ਅਮਿਤ ਸ਼ਾਹ ਨੇ ਕੀਤਾ, ਬਹੁਤ ਗਲਤ ਕੀਤਾ, ਕੋਈ ਸਹੀ ਨਹੀਂ ਕੀਤਾ ਕਿ ਜਿਹੜੇ ਬਗੈਰ ਮੂੰਹ ਢਕੀ ਤੇਰੀ ਫਿਰ ਲੱਖਾਂ ਬੰਦੇ ਇਕੱਠੇ ਕਰਤੇ। ਅਤੇ ਮਮਤਾ ਬਨਰਜੀ ਉੱਥੇ ਕਿ ਸਾਰਿਆਂ ਨੂੰ ਮਾਸਕ ਪਵਾ ਕੇ ਆਈ ਸੀਗੀ। ਸਾਰੇ ਸੇਮ ਇੱਕੋ ਕੈਟੇਗਰੀ ਹੈ ਜੀ, ਇਹ ਇੱਕੋ ਇਹਨਾਂ ਦਾ ਕੋਈ ਕੀ ਕਹਿੰਦੇ ਹੁੰਦੇ, ਇੱਕੋ ਉਹ ਥਾਲੀ ਦੇ ਚੱਟੇ ਬੱਟੇ ਹੈਗੇ ਆ। ਉਹ ਸਿੱਕਾ ਇੱਧਰ ਲਾ, ਕੋਈ ਮੂੰਹ ਇੱਧਰ ਕਰ ਲੈਂਦੇ, ਕੋਈ ਉੱਧਰ ਕਰ ਲੈਂਦਾ। ਆ ਬੀਬੀ ਚਲੋ ਸਿਆਣੀ ਹੈ ਬੜੀ, ਮੈਂ ਇਹਦਾ ਕਾਇਲ ਹੈ। ਜਿਹੜੀ ਇੱਕ ਵਾਰੀ ਮੈਂ ਕਿਤੇ ਬਹੁਤ ਦੇਰ 30 ਸਾਲ ਪਹਿਲੇ ਮਿਲਿਆ ਵੀ ਮੈਂ ਦਿਸ ਲੇਡੀ, ਵਾਟ ਇਜ਼ ਮਮਤਾ ਬੈਨਰਜੀ। ਬਟ ਪੁਆਇੰਟ ਹੈ ਕਿ ਤੂੰ ਕਿਹੜਾ ਬੀਬੀ ਹਟ ਗਈ, ਤੂੰ ਕਿਹੜਾ ਉਹਦੇ ਲੋਕਾਂ ਨੂੰ ਸੰਦੇਸ਼ ਦੇਤਾ ਕਿ ਜੀ ਤੁਸੀਂ ਬੰਦ ਕਰੋ। ਇਹਨਾਂ ਨੇ ਕੋਈ ਕਿਸੇ ਨੂੰ, ਇਹਨਾਂ ਤਾਂ ਮਗਰ ਪਏ ਹੋਏ ਜੀ। ਹੁਣ ਦੇਖੋ ਹੁਣ ਵੀ ਗੜਬੜ ਹੋਊਗੀ ਚੰਗੀ, ਤਾਂ ਕੋਈ ਤਾਂ ਕਹਿੰਦਾ EVM ਦੀ ਗੜਬੜ ਹੋਊਗੀ। ਤਾਂ ਜਿਹੜੀ ਵੀ ਹੈਗੀ ਹੈ ਮੇਰੇ ਹਿਸਾਬ 'ਚ ਹੁਣ ਬੀਬੀ ਨੂੰ ਜਿੱਤਣਾ ਬਹੁਤ ਔਖਾ ਹੋ ਗਿਆ। ਵੈਸੇ ਸਰ ਇੱਕ ਗੱਲ ਦੇਖੀ ਗਈ ਹੈ, ਜਦੋਂ ਇਹਨਾਂ ਨੂੰ ਲੱਗਦਾ ਹੈ ਰੌਲਾ, ਇਲੈਕਸ਼ਨ ਤੋਂ ਪਹਿਲਾਂ ਰੌਲਾ ਪਾ ਜਾਂਦੇ ਨੇ EVM ਦਾ। ਜੇ ਤਾਂ ਕੋਈ ਦੂਜੀ ਪਾਰਟੀ ਜਿੱਤ ਜਾਵੇ ਤਾਂ ਠੀਕ ਹੈ, ਜੇ BJP ਜਿੱਤ ਜੇ ਤਾਂ ਇਹ ਰੌਲਾ ਪਾ ਦਿੰਦੇ ਨੇ ਜੀ EVM 'ਚ ਗੜਬੜ ਸੀ। ਜੇ ਜਿੱਦਾਂ ਹੁਣ ਪੰਜਾਬ ਵਿੱਚ ਕਾਂਗਰਸ ਜਿੱਤੀ, ਇੱਥੇ ਰੌਲਾ ਹੀ ਨਹੀਂ ਪਿਆ EVM ਦਾ ਜੀ। ਨਹੀਂ ਜੀ, 2001 'ਚ ਕੈਪਟਨ ਸਾਹਿਬ ਨੇ ਪੂਰੀ ਡੈਮੋਨਸਟ੍ਰੇਸ਼ਨ ਦਿੱਤੀ ਜੀ ਕਿ ਦੇਖੋ ਜੀ EVM ਦਾ ਗੜਬੜ ਹੈ। ਜਦੋਂ ਜਿੱਤ ਗਏ ਉਹ ਚੁੱਪੀ ਸਾਧ ਗਏ। ਹੁਣ ਫਿਰ EVM ਦਾ ਫਿਰ ਬੋਲਿਆ ਕੈਪਟਨ ਸਾਹਿਬ ਕਿ ਗੜਬੜ ਹੈਗੀ ਹੈ। ਦੇਖੋ ਜੀ ਗੜਬੜ ਤਾਂ ਹੈਗੀ ਹੈ। ਮੈਂ ਖੁਦ ਕੇਸ ਕਰਕੇ ਸੁਪਰੀਮ ਕੋਰਟ 'ਚ ਮੈਂ ਚੀਫ ਕਮਿਸ਼ਨਰ ਆਫ ਇੰਡੀਆ ਦੇ ਖਿਲਾਫ ਕੇਸ ਕਰਤਾ ਸੀ ਕਿ ਤੂੰ ਭਾਈ EVM 22,000 ਕਿਉਂ ਬਣਾਈਆਂ, 10 ਲੱਖ ਤੋਂ ਉੱਤੇ ਬਣਾਉਣੀਆਂ ਸੀਗੀਆਂ। 2016 'ਚ ਕੀਤਾ ਸੀ, 17 'ਚ ਮੈਂ ਜਿੱਤ ਗਿਆ। ਇਹਨਾਂ ਨੂੰ ਕੰਪਲਸਰੀ ਲਿਖ ਕੇ ਦੇਣਾ ਪਿਆ ਸੁਪਰੀਮ ਕੋਰਟ ਨੂੰ ਕਿ ਜੀ ਅਸੀਂ 2019 ਜਿਹੜਾ ਇਲੈਕਸ਼ਨ ਹੋਊਗਾ ਉਹਦੇ 'ਚ ਅਸੀਂ ਹਰ ਬੂਥ 'ਤੇ EVM ਲਾਵਾਂਗੇ, ਨਾਲੇ VVPAT ਲਾਵਾਂਗੇ, ਯਾਨੀ ਕਿ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ, ਯਾਨੀ ਕਿ ਉਹਦੀ ਇੱਕ ਕਾਗਜ਼ ਵੀ ਆ ਜਾਏ। ਉਹ ਰੌਲਾ ਕੀ ਹੋਗਾ ਜੀ, ਉਹ ਕਾਗਜ਼ ਨੂੰ ਹੁਣ ਕਾਊਂਟ ਨਹੀਂ ਕਰਦਾ ਕੋਈ। ਸੁਪਰੀਮ ਕੋਰਟ ਕੋਈ ਉਹ ਨਹੀਂ ਕਰ ਰਹੀ ਕੋਈ ਚੈੱਕ।
ਤੇ ਐਸ ਕਰਕੇ ਜਿਹੜੀ ਗੜਬੜ ਹੋ ਰਹੀ ਆ ਵੀਵੀਪੈਟ ਜੇ ਨਾਲ ਜੇ ਈਵੀਐਮ ਨੂੰ ਜਿਹੜੀ ਵੋਟ ਪਈ ਆ ਜੇ ਮਿਲਾਈ ਜਾਏ ਤਾਂ ਫਿਰ ਗੜਬੜ ਬਹੁਤ ਆਊਗੀ। ਐਸ ਕਰਕੇ ਗੜਬੜ ਤਾਂ ਹੋ ਰਹੀ ਹੈ ਜੀ, ਹੈਕਿੰਗ ਹੋ ਰਹੀ ਹੈਗੀ। ਕੋਈ ਸੈਯਦ ਸੂਜਾ ਹੁੰਦਾ ਸੀ, ਉਹ ਕਹਿੰਦਾ ਕਿ ਬੀਜੇਪੀ ਜਿੱਤ ਕੇ ਹੀ ਆਇਆ ਹੈ, ਕਿ ਉਹ ਕਹਿੰਦਾ ਇਲੀਗਲ ਸਰਕਾਰ ਹੈਗੀ ਹੈ। ਤਾਂ ਗੜਬੜ ਤਾਂ ਹੋ ਰਹੀ ਹੈ ਜੀ। ਹੁਣ ਜਿਵੇਂ ਗੱਲ ਆਉਂਦੀ ਹੈ ਕਿ ਵੀ ਇਹ ਦੇਖੋ ਇਹ ਹੋਇਆ ਸੀਗਾ ਜਿਹੜਾ ਕੇਸ, ਤੁਸੀਂ ਆਪਾਂ ਨੂੰ ਸਮਝਣਾ ਥੋੜਾ, ਈਵੀਐਮ ਨੂੰ ਡਾਊਟ 100% ਹੁੰਦੀ ਹੈ ਗੜਬੜ ਤੇ ਹੋਊਗੀ ਵੀ। ਉਹ 2008 ਚ ਸੁਬਰਾਮਨਿਆਮ ਸਵਾਮੀ ਨੇ ਇਹ ਇਲਜ਼ਾਮ ਲਾਇਆ ਸੀ, 2009 ਚ ਉਹਨੇ ਹਾਈ ਕੋਰਟ 'ਚ ਫਾਈਲ ਕੀਤਾ ਸੀਗਾ ਕਿ ਜੀ ਮੇਰਾ 2000 ਸੁਪਰੀਮ ਕੋਰਟ ਹੀ ਲੈ ਕੇ ਹਾਈ ਕੋਰਟ ਕੀਤਾ ਸੀ ਕਿ ਜੀ ਮੇਰੀ ਸਾਰੀਆਂ ਵੋਟਾਂ ਕਾਂਗਰਸ ਨੇ ਜਿੱਤ ਲਈਆਂ ਤਾਂ ਸੋਨੀਆ ਗਾਂਧੀ ਨੇ ਕੀਤੀ ਗੜਬੜ। ਉਦੋਂ ਫਿਰ ਸੁਪਰੀਮ ਕੋਰਟ ਨੇ ਕਿਹਾ ਜੀ ਵੀਵੀਪੈਟ ਲਾਉਣੀ ਪਊਗੀ, ਕਿ ਲਾਓ, ਜ਼ਰੂਰੀ ਹੈਗੀ ਹੈ, ਕਿ ਈਵੀਐਮ ਤਾਂ ਪਤਾ ਨਹੀਂ ਲੱਗਦਾ ਕਿ ਤੁਸੀਂ ਕਿੱਧਰ ਕੀਤਾ ਤਾਂ ਕਿੱਧਰ ਜਾ ਕੇ ਤੁਹਾਡੀ ਗਈ ਹੈ। ਮੁੜ ਕੇ ਜੀ ਇਹਨੂੰ ਸੁਪਰੀਮ ਕੋਰਟ ਜਦੋਂ ਇਹਨੂੰ ਪੁੱਛਿਆ ਗਿਆ ਕਿ ਜੀ ਜੇ ਨਾ ਲਾਈ ਵੀਵੀਪੈਟ ਕੀ ਕਰਾਂਗਾ, ਕਹਿੰਦਾ ਫਿਰ ਤਾਂ ਕਨਸਟੀਟਿਊਸ਼ਨਲ ਕ੍ਰਾਈਸਿਸ ਹੋ ਜੂ। ਸੁਬਰਾਮਨਿਆਮ ਸਵਾਮੀ ਕਹਿੰਦਾ ਇਹਨੂੰ ਦੇ ਦੀ ਜੀ ਰਾਜ ਸਭਾ, ਚੁੱਪ ਕਰਕੇ ਬਹਿ ਗਿਆ, ਕੁੱਕੜ ਬਣ ਗਿਆ। ਫਿਰ ਕ੍ਰਾਈਸਿਸ ਨਹੀਂ ਹੋਈ? ਨਹੀਂ, ਉਹੀ ਤਾਂ ਕਹਿੰਦਾ, ਚੁੱਪ ਕਰਕੇ ਬਹਿ ਗਿਆ, ਬੋਲਿਆ ਹੀ ਨਹੀਂ ਜੀ। ਮੈਂ ਇਹਨੂੰ ਟਵਿੱਟਰ ਤੇ ਹੀ ਪਾਇਆ ਸੀ, ਮੈਂ ਕਿਹਾ ਜੀ ਤੁਸੀਂ ਤਾਂ ਐਂ ਕਹਿੰਦੇ ਸੀ, ਜਵਾਬ ਤਾਂ ਮੈਨੂੰ ਕਾਹਨਾ ਦੇਣਾ ਸੀ। ਮਤਲਬ ਬੰਦਾ ਬਹੁਤ ਹੱਦ ਤੱਕ ਠੀਕ ਹੈਗਾ, ਪਰ ਹੁਣ ਇਹਦਾ ਜਵਾਬ ਦੇ। ਸੋ ਗੜਬੜ ਜਿਹੜੀ ਹੈਗੀ ਦੇਖੋ ਜੀ, ਸਾਰੇ ਯੂਰਪ 'ਚ ਬੰਦ ਕਰਤੀ, ਅਮਰੀਕਾ ਦੀ, ਕੈਨੇਡਾ ਨੇ ਤਾਂ ਜੀ ਬਿਲਕੁਲ ਸ਼ੁਰੂ ਤੋਂ ਹੀ ਈਵੀਐਮ ਦੇ ਥਰੂ ਕੀਤਾ ਹੀ ਨਹੀਂ। ਕਰਨਾ ਐਂ ਚਾਹੀਦਾ ਜੀ, ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਦੱਸਿਆ ਕਿ ਮੈਂ ਖੁਦ ਲੈ ਕੇ ਆਇਆ, ਮੈਂ ਰਿਸਪੌਂਸੀਬਲ, ਇੱਕ ਪਾਰਟੀ ਹੋਰ ਸੀਗੀ ਜਿਨ੍ਹਾਂ ਨੂੰ ਮੈਂ 5500 ਕਰੋੜ ਰੁਪੀਜ਼ 500 ਕਰੋੜ ਪਲੱਸ I force the Indian government to give to election commission so that they can get the EVMs made. EVMs ਨੂੰ ਬਣਾਉਣੀਆਂ ਇਹਨਾਂ ਕੰਪਲਸਰੀ ਹੋਈਆਂ। ਮੈਂ ਦਵਾਇਆ, ਮੈਂ ਕੋਈ ਇਹਦੀ ਉਹ ਢੰਡੋਰਾ ਨਹੀਂ ਪਿੱਟਦਾ ਫਿਰਦਾ, ਦਵਾਇਆ। ਫਿਰ ਮੁੜ ਕੇ ਮੈਨੂੰ ਕਹਿੰਦੇ ਤੁਸੀਂ ਬਾਅਦ 'ਚ ਨਹੀਂ ਫੋਲੋ ਕਰਦੇ। ਮੈਂ ਕਿਹਾ ਯਾਰ ਮੈਂ ਸੰਤ ਬੰਦਾ, ਮੈਂ ਇਹਨੂੰ ਇੱਕ ਵਾਰੀ ਕਰਤਾ। ਮੈਂ ਗੱਲ ਇਹ ਸੀ ਕਿ ਇਹ ਜਿਹੜੇ ਸੁਖਬੀਰ ਬਾਦਲ ਵੀ ਇਸੇ ਤਰੀਕੇ ਨਾਲ ਜਿੱਤਿਆ ਸੀਗਾ 2007 ਵਾਲਾ, 2011 ਵਾਲਾ, ਖਾਸ ਕਰ 12 ਵਾਲਾ। ਤੇ ਉਹ ਮੁੜ ਕੇ ਜਦੋਂ ਇਹ ਹੁਣ ਬੋਲਿਆ, ਦੇਖੋ ਇਹਨੇ ਕੀ ਕੀਤਾ, ਜਦੋਂ ਥੋੜਾ ਜਥੇਦਾਰ ਬੋਲ ਪਿਆ ਜੀ, ਉਹਨੂੰ ਸੁਪਨੇ ਆਉਂਦੇ ਸੀ ਈਵੀਐਮ ਦੇ। ਜਦੋਂ ਇਹ ਟੁੱਟੇ ਉੱਥੋਂ ਕੀ ਕਹਿੰਦੇ ਹੁੰਦੇ ਆ ਬੀਜੇਪੀ ਤੋਂ, ਉਹ ਪਹਿਲੀ ਸਟੇਟਮੈਂਟ ਦਿੱਤੀ ਹੈ ਜਥੇਦਾਰ ਹਰਪ੍ਰੀਤ ਸਿੰਘ ਨੇ, ਕਹਿੰਦਾ ਈਵੀਐਮ ਦੀ ਸਰਕਾਰ ਹੈ, ਤੈਨੂੰ ਸੁਪਨੇ ਆਉਂਦੇ ਹੋ, ਤੂੰ 10 ਸਾਲ ਦਾ ਬੋਲਿਆ ਨਹੀਂ, ਇਹਦੋਂ ਪਹਿਲਾਂ ਬੋਲ ਦਿੰਦਾ। ਉਹ ਕਿੱਥੋਂ ਆਈ ਹੈ ਗੱਲ? ਫਿਰ ਆਈ ਤਾਂ ਇਹਨਾਂ ਦੀ ਉੱਤੇ ਜਿਹੜੀ ਸਰਕਾਰ ਇਹਦੀ ਹੈਗੀ, ਉਹਨੇ ਬੋਲਤਾ ਕਿ ਹੁਣ ਬੋਲ ਕਿ ਇਹਨਾਂ ਦੀ ਸਰਕਾਰ ਉਵੇਂ ਹੈ। ਤੇ ਭਾਈ ਇਹ ਆਉਂਦੇ ਹੁਣ ਇਹ ਵੀ ਹੈ ਨਹੀਂ, ਉਹ ਬਰਗਾੜੀ ਵਾਲਾ ਬਣ ਚੁੱਕਿਆ। ਸਾਰਿਆਂ ਨੂੰ ਸਭ ਪਤਾ ਕੌਣ ਜ਼ਿੰਮੇਵਾਰ ਹੈ। ਤੇ ਇਹਨਾਂ ਦੀ ਜੇ 4 ਆ ਜਾਣ ਤਾਂ ਮੈਨੂੰ ਦੱਸ ਦਿਓ, 2 ਤੋਂ 4 ਆਉਣਗੀਆਂ ਇਹਨਾਂ ਦੀਆਂ, ਤੇ ਇਹਦੇ ਉੱਤੇ ਅਕਾਲੀ ਦਲ ਵਾਲੇ ਆਉਂਦੇ ਹਣਗੇ। ਤਾਂ ਈਵੀਐਮ ਦੀ ਗੜਬੜ ਤਾਂ ਹੁੰਦੀ ਹੈ ਸਰ। ਲੇਕਿਨ ਸਵਾਲ ਹੁਣ ਇਹ ਵੀ ਹੈਗਾ ਹੈ, ਆਪਾਂ ਕਰੋਨਾ ਦੀ ਗੱਲ ਕਰ ਰਹੇ ਸੀ, ਜਿਵੇਂ ਸਿਆਸਤ ਦੀ ਵੀ ਗੱਲ ਕੀਤੀ ਹੈ, ਹੁਣ ਇੱਕ ਨਵੀਂ ਗੱਲ ਆ ਰਹੀ ਹੈ ਵੀ ਆਪਰੇਸ਼ਨ ਕਲੀਨ, ਦਿੱਲੀ ਦੀਆਂ ਸਰਹੱਦਾਂ 'ਤੇ ਜਿੱਥੇ ਕਿਸਾਨ ਬੈਠੇ ਨੇ, ਉੱਥੇ ਆਪਰੇਸ਼ਨ ਕਲੀਨ ਚਲਾਉਣ ਦੇ ਫਿਰਾਕ ਵਿੱਚ ਹੈ ਜੀ ਕੇਂਦਰ ਦੀ ਸਰਕਾਰ। ਕਹਿ ਸਕਦੇ ਹੋ ਤੁਸੀਂ ਕਿਸਾਨ, ਕਰੋਨਾ ਤੇ ਆਪਰੇਸ਼ਨ ਕਲੀਨ। ਤੁਸੀਂ ਕਿਵੇਂ ਦੇਖਦੇ ਹੋ ਵੀ ਵਾਕਈ ਆਪਰੇਸ਼ਨ ਕਲੀਨ ਚਲਾਇਆ ਜਾ ਸਕਦਾ ਹੈ? ਕਿਉਂਕਿ ਜੇ ਕੁੰਭ ਦੇ ਵਿੱਚ ਜੇ ਬਾਕੀ ਜਗ੍ਹਾ ਤੇ ਕਰੋਨਾ ਕੇਸਿਸ ਆ ਰਹੇ ਨੇ, ਪਰ ਹੈਰਾਨੀ ਵਾਲੀ ਗੱਲ ਇਹ ਹੈਗੀ ਹੈ ਵੀ ਕਿਸਾਨਾਂ ਦੇ ਮੋਰਚੇ ਵਿੱਚੋਂ ਅਜਿਹੀ ਕੋਈ ਘਟਨਾ ਦੀ ਹਾਲੇ ਤੱਕ ਖਬਰ ਆਈ ਨਹੀਂ। ਨਹੀਂ, ਐਂ ਤਾਂ ਜੀ ਉਹ ਬਿਮਾਰ ਹੋਇਆ ਸੀ, ਉਹ ਜਿਹੜਾ ਉਗਰਾਹਾਂ ਵਾਲਾ ਜੋਗਿੰਦਰ ਸਿੰਘ, ਉਹਨੂੰ ਹੋਇਆ ਸੀ। ਹਾਂ, ਉਹ ਕਰੋਨਾ ਹਸਪੀਟਲ ਗਏ, ਦਾਖਲ ਹੋਏ, ਠੀਕ ਹੋ ਕੇ ਵਾਪਸ ਆ ਗਏ। ਹਾਂਜੀ। ਲੇਕਿਨ ਕੋਈ ਇਹੋ ਜਿਹੀ ਆ ਨਹੀਂ ਗਈ। ਹੁਣ ਲੱਖਾਂ ਬੰਦੇ ਉੱਥੇ ਗਏ ਆ ਜੀ, ਕਿਸੇ ਨੂੰ ਹੋਇਆ? ਸੋ ਐਸ ਕਰਕੇ ਦੇਖੋ, ਉਹ ਤਾਂ ਇੱਕ ਤਾਂ ਇਮਿਊਨ ਸਿਸਟਮ ਆਪਣਾ ਸਟਰੋਂਗ ਹੋਣਾ ਚਾਹੀਦਾ। ਇਹਨਾਂ ਦਾ ਵੈਸੇ ਕਿਸਾਨ ਸਾਰੇ ਕੰਮ ਕਰਨ ਵਾਲੇ ਬੰਦੇ ਹੈਗੇ, ਕੰਮ ਇਹ ਬੰਦੇ ਆ। ਇੱਕ ਹਰਡ ਇਮਿਊਨਿਟੀ ਹੋ ਗਈ, ਕਮਿਊਨਿਟੀ ਦੀ ਇੱਕ ਇਮਿਊਨਿਟੀ ਡਿਵੈਲਪ ਹੋ ਗਈ, ਉਹ ਕਿਸੇ ਨੂੰ ਕੁਝ ਨਹੀਂ ਹੋ ਰਿਹਾ। ਸੋ ਬਾਕੀ ਉਹ ਧਿਆਨ ਰੱਖ ਰਿਹਾ। ਦੇਖੋ ਜੇ ਹੁਣ ਤੁਸੀਂ ਗੱਲ ਕਰਦੇ ਆਪਰੇਸ਼ਨ ਕਲੀਨ ਵਾਲੀ, ਇਹਨਾਂ ਨੇ ਕੀਤੀ ਤਾਂ ਜੀ ਦੇਖੋ ਇਹੋ ਜਿਹੇ ਬੋਲ, ਮੈਂ ਦੇਖਿਆ ਹਰਿਆਣੇ ਦਾ ਕੋਈ ਜੱਟ ਬੋਲੀ ਜਾਂਦਾ ਸੀ, ਕਹਿੰਦਾ ਜੇ ਸਾਨੂੰ ਛੇੜਤਾ, ਸਾਡੀਆਂ ਮਾਤਾ ਭੈਣਾਂ ਨੂੰ ਛੇੜਤਾ, ਕਹਿੰਦਾ ਅਸੀਂ ਤੁਹਾਨੂੰ ਵੀ ਨਹੀਂ ਛੱਡਦੇ, ਤੁਹਾਡੇ ਪੁੱਤਾਂ ਨੂੰ ਵੀ ਨਹੀਂ ਛੱਡਦੇ। ਇਹਦਾ ਮਤਲਬ ਵਾਇਲੈਂਟ ਹੋ ਜਾਊ ਜੀ, ਇਹ ਸਿਵਲ ਵਾਰ ਹੋ ਸਕਦੀ ਹੈ। ਇਹੋ ਜਿਹੀ ਹਰਕਤ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ। ਮੈਂ ਇੱਕ ਵਾਰੀ ਚਿੱਠੀ ਵੀ ਲਿਖਤੀ ਸੀ, ਉੱਤੇ ਮੇਰੇ ਕੋਈ ਬੰਦੇ ਜਾਣ ਪਛਾਣਦੇ ਸੀ, ਉਹਨਾਂ ਨੇ ਪੀਐਮਓ ਨੂੰ ਵੀ ਪਾਤੀ ਸੀ। ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਸ਼ੁਰੂ 'ਚ ਮੈਂ 26 ਸਤੰਬਰ ਪਿਛਲੇ ਸਤੰਬਰ ਨੂੰ ਮੈਂ ਚਿੱਠੀ ਪਾਤੀ ਸੀ, ਇਹ ਕੰਮ ਮੈਂ ਕਿਹਾ ਨਾ ਕਰੋ, ਤੁਸੀਂ ਇਹਨਾਂ ਦੀਆਂ ਗੱਲਾਂ ਮੰਨ ਲਓ, ਇਹ ਗਲਤ ਕਾਨੂੰਨ ਹੈਗੇ। ਇਹ ਦੀਜ਼ ਆਰ ਨਾਟ ਐਗਰੀਕਲਚਰ ਹੈਗੇ ਜੀ, ਇਹ ਕਿਹਦੇ ਅੰਡਰ ਹੈਗੇ? ਟ੍ਰੇਡ ਐਂਡ ਕਾਮਰਸ ਦੇ ਕਾਨੂੰਨ ਹੈ ਜੀ। ਦੇ ਆਰ ਟ੍ਰੇਡ ਐਂਡ ਕਾਮਰਸ ਹੈਗਾ ਨਾ, ਆਪਾਂ ਸ਼ਬਦ ਐਗਰੀਕਲਚਰ ਕਾਨੂੰਨ ਕਹੀ ਜਾਂਦੇ। ਐਗਰੀਕਲਚਰ ਸਟੇਟ ਸਬਜੈਕਟ ਹੈ, ਇਲੀਗਲ ਹੈਗੇ, ਗੈਰ ਕਾਨੂੰਨੀ ਹੈਗੇ। ਉਹ ਕਹਿੰਦੇ ਤੁਸੀਂ ਸੁਪਰੀਮ ਕੋਰਟ ਚਲੇ ਜਾਓ, ਤਾਂ ਇਹ ਵੀ ਹੁਣ ਸਿਆਣੇ ਹੋ ਗਏ, ਪੜ੍ਹੇ ਲਿਖੇ ਸਾਰੇ ਬੰਦੇ ਆ ਜੀ। ਕੋਈ ਡਾਕਟਰ ਹੈ, ਕੋਈ ਸਾਡੇ ਨੂੰ ਕਿਸੇ ਨੇ PhDਆਂ ਕੀਤੀਆਂ ਵੀ ਹੈ, ਤੇ ਕੋਈ ਵਕੀਲ ਹੈਗੇ ਆ। ਉਹ ਕਹਿੰਦੇ ਅਸੀਂ ਕਿਉਂ ਜਾਈਏ, ਤੁਸੀਂ ਜਾਓ। ਕਹਿੰਦੇ ਤੁਸੀਂ ਸਰਕਾਰ ਹੋ, ਅਸੀਂ ਤੁਹਾਡੀ ਜਨਤਾ, ਅਸੀਂ ਤਾਂ ਤੁਹਾਡੇ ਤੋਂ ਲੈਣਾ, ਅਸੀਂ ਕੀ ਲੈਣਾ ਕੋਟ ਕੂਟ ਤੋਂ। ਉਹਨਾਂ ਨੂੰ ਪਤਾ ਕਿ ਸਾਲੋਂ ਸਾਲ ਉਲਝਾਂਗੇ। ਹੁਣ ਜਿਹੜੀ ਕਿਸਾਨ ਕੋਈ ਪ੍ਰੋਬਲਮ ਆਉਂਦੀ ਹੈ ਜੀ, ਜਿਹੜੀ ਪਹਿਲੇ ਤਾਂ ਆਪਾਂ ਆਪਰੇਸ਼ਨ ਕਲੀਨ ਦੀ ਗੱਲ ਕਰ ਲਈ। ਦੇਖੋ ਜੀ, ਇਹ ਇਹਨਾਂ ਦੇ ਕੋਈ ਉੱਥੇ ਕੋਈ ਬਾਣੀਏ ਦਾ ਪੁੱਤ ਨਹੀਂ ਬੈਠਾ, ਉੱਥੇ ਸਰਹੱਦਾਂ 'ਤੇ ਕੋਈ ਉੱਥੇ ਰਈਸ ਜ਼ਾਦੇ ਦਾ ਨਹੀਂ ਬੈਠਾ, ਕੋਈ ਪੋਲੀਟੀਸ਼ੀਅਨ ਦਾ ਪੁੱਤ ਨਹੀਂ ਬੈਠਾ, ਉੱਥੇ ਕਿਸਾਨਾਂ ਦੇ ਹੀ ਪੁੱਤ ਬੈਠੇ। ਮੈਂ ਖੁਦ ਫੌਜ 'ਚ ਰਿਹਾ, ਅਸੀਂ ਫਖਰ ਨਾਲ ਗਿਆ ਸੀ ਮੈਂ, ਕਿ ਮੈਂ ਪੈਰਾ ਕਮਾਂਡੋ ਬਣਨਾ ਚਾਹੁੰਦਾ ਸੀਗਾ।
ਚਲੋ ਮੈਂ ਬਾਅਦ 3 ਸਾਲ ਕਰਕੇ ਮੈਂ ਮਤਲਬ ਛੱਡਤੀ ਸੀ ਗੱਲ, ਉਹ ਹੋਰ ਹੈਗੀ ਹੈ। ਲੇਕਿਨ ਇੱਕ ਫਕਰ ਮਹਿਸੂਸ ਕਰਦੇ ਸੀ ਕਿ ਫॉर द ਕੰਟਰੀ, ਟੂ ਲਿਵ ਫॉर द ਕੰਟਰੀ ਐਂਡ ਡਾਈ ਫॉर द ਕੰਟਰੀ। ਸਾਡੇ ਮਨ 'ਚ ਇਹ ਹੁੰਦਾ ਸੀਗਾ। ਉਵੇਂ ਉਹ ਜਿਹੜੇ ਬੈਠੇ ਆ ਉੱਥੇ, ਤੁਸੀਂ ਉਹਨਾਂ ਦੇ ਧੀਆਂ ਭੈਣਾਂ ਮਾਵਾਂ ਨੂੰ ਤਾਂ ਤੁਸੀਂ ਮਾਰਨ ਤੇ ਆ ਜਾਓ, ਉਹ ਉੱਥੇ ਚੁੱਪ ਕਰਕੇ ਬਹਿ ਜਾਣਗੇ। 84 ਵਾਲੀ ਗੱਲ ਹੋ ਸਕਦੀ ਹੈ ਜੀ। ਇਹਦੀ ਕਿਸੇ ਡਾਕਟਰ ਹੈਗੇ ਇੱਕ ਮੇਰੇ ਸਾਡੇ ਮਿੱਤਰ ਡਾਕਟਰ ਪੱਟੀ ਕਰਕੇ, ਉਹ ਕਹਿੰਦੇ ਇਹ ਸਿਵਲ ਵਾਰ ਦੀ ਸਿਚੁਏਸ਼ਨ ਬਿਲਡਅਪ ਹੋ ਸਕਦੀ ਹੈ, ਬਹੁਤ ਡੇਂਜਰਸ ਥਾਂ ਹੈ। ਇਹਨਾਂ ਨੂੰ ਇਹ ਨਕਲੀ ਕਹੀ ਜਾਂਦੇ। ਸ਼ੁਰੂ ਤੱਕ ਖਾਲਿਸਤਾਨੀ ਕਹਿੰਦੇ ਸੀ, ਜਿਹੜੇ ਦੂਜੇ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਕਿ ਇਹ ਮੁਸਲਮਾਨ ਕਿੱਥੋਂ ਆ ਗਏ। ਉਹ ਮੁਸਲਮਾਨ ਇੱਕ ਬਹੁਤ ਵੱਡਾ ਜੀ ਕਿਸਾਨ ਹੈਗਾ ਇੱਕ ਹਿੱਸਾ, ਆਪਾਂ ਨੂੰ ਪਤਾ ਨਹੀਂ ਲੱਗਦਾ। ਯੂਪੀ ਜਾਪੀ ਤੇ ਇੱਧਰ ਜਾਓ ਤੁਸੀਂ, ਕੀ ਕਹਿੰਦੇ ਹੁੰਦੇ, ਹਰਿਆਣਾ 'ਚ ਵੀ ਜਾਓ, ਆਪਣੇ ਇੱਥੇ ਹੈ ਨਹੀਂਗੇ, ਆਪਣੇ ਮਤਲਬ ਦੀਂਦੇ ਨਹੀਂ ਘੱਟੋ ਘੱਟ। ਤੇ ਲੇਕਿਨ ਇਹ ਹੈ ਕਿ ਇੱਕ ਵੱਡਾ ਸੈਸ ਕਰਕੇ ਸਾਰੀ ਕਮਿਊਨਿਟੀਜ਼ ਇਹਦੇ 'ਚ ਹੈਗੀਆਂ, ਇੱਕ ਹੋ ਗਈਆਂ ਜੀ। ਦੇਖੋ ਇੱਕ ਬਹੁਤ ਫਾਇਦਾ ਬਹੁਤ ਹੋਇਆ ਕਿ ਸਾਰੀਆਂ ਕਮਿਊਨਿਟੀਜ਼, ਜਿਵੇਂ ਪੰਜਾਬ ਤੇ ਹਰਿਆਣਾ 'ਚ ਬਹੁਤ ਫਰਕ ਸੀ, ਉਹ ਐਂ ਜੁੜ ਗਏ। ਉਹ ਕਈ ਲੋਕ ਕਈ ਜਾਂਦੇ ਕਹਿੰਦੇ ਹੁਣ ਤਾਂ ਐਂ ਹੋ ਗਿਆ ਜੀ, ਅਸੀਂ ਤਾਂ ਇੱਕ ਦੂਜੇ ਦੇ ਵਿਆਹ ਤੇ ਜਾਣ ਜੋਗੇ ਹੋ ਗਏ ਕਿ ਤੁਸੀਂ ਆਏ ਜੀ, ਸਾਡੇ ਆਏ ਜੀ ਕਰਕੇ। ਇੰਨਾ ਹੀ ਇੱਕ ਮਿੱਤਰਤਾ ਭਾਈਚਾਰਾ ਪੈਦਾ ਕਰਤਾ। ਤੇ ਇੱਕ ਇਹੋ ਜਿਹਾ ਸੰਘਰਸ਼ ਜਿਹੜੀ ਸਰਕਾਰ ਦੇ ਖਿਲਾਫ ਖੜਾ ਹੋ ਸਕਦਾ ਸੀ, ਹੋਰ ਕੋਈ ਨਹੀਂ ਖੜੇ ਹੋ ਸਕਦੇ। ਤਾਂ ਆਪਾਂ ਕਹੀ ਜਾਂਦੇ ਕਿ ਜੀ ਉਹ ਜਿਹੜੇ 370 ਵਾਲੇ, ਉਹ ਕੀ ਕਹਿੰਦੇ ਸੀ ਉਹਦਾ ਬਿੱਲ, ਕਿਹੜਾ ਕੀ ਕਹਿੰਦੇ ਹੁੰਦੇ ਸੀ, NRC, ਹਾਂ NRC ਤੇ CA ਬਿੱਲ, ਉਹਦੇ ਖਿਲਾਫ ਕਿ ਇਹਨਾਂ ਨੇ ਮੁੜ ਕੇ ਕਰੋਨਾ ਦਾ ਦਬਕਾ ਜਿਹਾ ਮਾਰ ਕੇ ਛੱਡਦਾ ਜੀ। ਇਹ ਹਰ ਰੋਜ਼ ਬੋਲਦੇ, ਕਹਿੰਦੇ ਸਾਨੂੰ ਤਬਲੀਗ ਉਹ ਨਾ ਸਮਝ ਲਿਓ CA ਵਾਲੇ। ਤੇ ਉਹ ਜਾਟ ਭਾਈ ਹੈ ਜੀ, ਸਾਰੇ ਜੱਟ ਬੰਦੇ ਹੈਗੇ। ਬਟ ਤੁਸੀਂ ਕਿਹਾ ਵੀ ਬੇਸਿਕਲੀ ਇਹਨਾਂ ਦੀ ਇਮਿਊਨਿਟੀ ਸਟਰੋਂਗ ਹੈ, ਕਿਉਂਕਿ ਸਾਰੇ ਕਿਰਤੀ ਬੰਦੇ ਨੇ, ਸਾਰੇ ਖੇਤਾਂ 'ਚ ਕੰਮ ਕਰਨ ਵਾਲੇ ਨੇ। ਤੁਸੀਂ ਇਮਿਊਨ ਸਿਸਟਮ ਦੀ ਗੱਲ ਕੀਤੀ ਹੈ। ਸਨਾਤਨ ਸੰਸਕ੍ਰਿਤੀ ਦੇ ਵਿੱਚ ਵੀ, ਸਾਡੇ ਦੇਸ਼ ਭਾਰਤ ਦੇ ਵਿੱਚ ਵੀ ਆਯੁਰਵੇਦ ਨੂੰ ਬੜਾ ਵੱਡਾ ਸਥਾਨ ਦਿੱਤਾ ਹੈ ਸਰ। ਆਯੁਰਵੇਦ ਨੂੰ ਪ੍ਰਮੋਟ ਕਿਉਂ ਨਹੀਂ ਕਰ ਰਹੀ? ਆਯੂਸ਼ ਡਿਪਾਰਟਮੈਂਟ ਦਾ ਬਣਾਤਾ ਕੇਂਦਰ ਸਰਕਾਰ ਨੇ, ਪਰ ਆਯੂਸ਼ ਨੂੰ ਹੁਣ ਪ੍ਰਮੋਟ ਕਿਉਂ ਨਹੀਂ ਕਰ ਰਹੀ? ਕਿ ਆਯੁਰਵੇਦ ਵਿੱਚ ਇੰਨੀ ਤਾਕਤ ਨਹੀਂ? ਕਿਉਂਕਿ ਜੇ ਆਪਾਂ 500 ਸਾਲ 1000 ਸਾਲ ਪੁਰਾਣੀ ਵੀ ਗੱਲ ਕਰੀਏ ਤਾਂ ਪਹਿਲਾਂ ਕਿਹੜੀਆਂ ਬਿਮਾਰੀਆਂ ਦੇ ਇਲਾਜ ਨਹੀਂ ਹੁੰਦੇ ਸੀ ਜਾਂ ਇੱਦਾਂ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਸੀ, ਉਦੋਂ ਆਯੁਰਵੇਦ ਹੀ ਕੰਮ ਕਰਦਾ ਸੀ ਨਾ। ਤੇ ਸਾਡਾ ਇਮਿਊਨ ਸਿਸਟਮ ਆਯੁਰਵੇਦ ਤੋਂ ਜ਼ਿਆਦਾ ਕੋਈ ਸਟਰੋਂਗ ਕਰ ਸਕਦਾ ਹੈ? ਨਹੀਂ, ਦੇਖੋ ਇਹ ਜਿਹੜੇ ਆਪਾਂ ਅੱਜ ਦਾ ਮਾਡਰਨ ਸਿਸਟਮ ਹੈਗਾ, ਮਾਡਰਨ ਹੋਏ ਤਾਂ ਹੁਣੇ ਜਾਂ 100 ਸਾਲ ਵੀ ਨਹੀਂ ਹੋਏ, ਜਿਹੜੀ ਆਈ ਚੀਜ਼ਾਂ ਇਹਨਾਂ ਨੂੰ ਚੀਜ਼ਾਂ ਹੈਗੀਆਂ, ਆਪਣਾ ਬਹੁਤ ਹਜ਼ਾਰਾਂ ਸਾਲਾਂ ਪਿੱਛੋਂ ਚੱਲੀ ਆਉਂਦਾ। ਛੋਟੀ ਜਿਹੀ ਚੀਜ਼ ਹੈਗੀ ਜੀ, ਮੈਂ ਤੁਹਾਨੂੰ ਦੱਸਦਾ। ਮੈਨੂੰ ਲੱਗਿਆ, ਮੈਂ ਕਿਹਾ ਯਾਰ ਅੱਛਾ, ਮੈਂ ਉਦੋਂ ਬੋਡੀ ਬਿਲਡਿੰਗ ਕਰਦਾ ਸੀ, ਮੈਂ 23 ਸਾਲ ਬੋਡੀ ਬਿਲਡਿੰਗ ਕੀਤੀ। ਮੀਟ ਖਾਂਦਾ ਹੁੰਦਾ ਸੀ, ਮੀਟ ਜਦੋਂ ਛੱਡਿਆ, ਧਾਰਮਿਕ ਰੂਹਾਨੀ ਤੌਰ 'ਤੇ ਆ ਗਏ, ਤਾਂ ਮੈਂ ਹੋਰ ਕੁਝ ਨਹੀਂ ਲੈਂਦਾ ਸੀ ਐਕਸਟਰਾ। ਹੋਟਲਾਂ 'ਚ ਖਾਣਾ, ਦਿੱਲੀ ਸੀ ਹੋਟਲਾਂ ਦਾ ਖਾਣਾ ਖਾਣਾ ਕਿਹੋ ਜਿਹਾ, ਕਿੰਨੇ ਕੁ ਨਿਊਟ੍ਰੀਸ਼ਨ ਹੋਣਾ ਜੀ। ਬਸ ਉਹਦੇ ਨਾਲ ਮੈਂ ਇੱਕ ਆਹ ਲੈਂਦਾ ਸੀ, ਅਸ਼ਵਗੰਧਾ ਜਿਹਨੂੰ ਕਹਿੰਦੇ, ਜਿਹਨੂੰ ਜਿਨਸਿੰਗ ਕਹਿੰਦੇ ਆ ਚਾਈਨੀਜ਼ ਵਾਲੇ, ਮਰਦਾਨਗੀ ਤਾਕਤ ਵਾਸਤੇ। ਮੈਨੂੰ ਨਹੀਂ ਪਤਾ ਸੀ, ਪਰ ਮੈਂ ਲੈ ਲਈ। ਉਹ ਲੈਂਦਾ ਰਿਹਾ ਤੇ ਮੈਂ ਚਵਨਪ੍ਰਾਸ਼ ਖਾਂਦਾ ਰਿਹਾ ਜੀ। ਮੈਨੂੰ ਰੱਤੀ ਪਰ ਕਮਜ਼ੋਰੀ ਨਹੀਂ ਮਹਿਸੂਸ ਹੋਈ। 2-2 2.5 ਘੰਟੇ ਡੰਬਲ ਬੋਡੀ ਬਿਲਡਿੰਗ ਕਰਦੇ ਸੀਗੇ। ਸੋ ਇਮਿਊਨ ਸਿਸਟਮ ਨੂੰ ਇੰਨਾ ਸਟਰੋਂਗ, ਆਪਣਾ ਜਿਹੜਾ ਆਯੁਰਵੈਦਿਕ ਦਵਾ ਮੈਂ ਹੁਣ ਫਿਰ ਸ਼ੁਰੂ ਕੀਤੀਆਂ। ਮੈਨੂੰ ਇੱਥੇ ਮੈਂ ਕਿਹਾ ਯਾਰ, ਕੋਈ 5 ਸਾਲ ਦੀ 4-5 ਸਾਲ ਪਹਿਲੇ ਗੱਲ ਕਰਦਾ, ਮੈਂ ਕਿਹਾ ਯਾਰ ਐਨਰਜੀ ਜੀ ਸ਼ਾਮ ਨੂੰ ਡਾਊਨ ਹੋਣ ਲੱਗੀ, ਉਮਰ ਵੱਧ ਗਈ। ਮੈਂ ਫਿਰ ਦੁਬਾਰਾ ਸ਼ੁਰੂ ਕੀਤੀ ਜੀ ਅਸ਼ਵਗੰਧਾ। 2.5 ਮਹੀਨੇ ਹਲੇ ਟੱਪੇ ਨਹੀਂ ਸੀ, ਇੱਕ ਦਿਨ ਐਂ ਜਿਹਾ ਲੱਗਿਆ, ਮੈਂ ਕਿਹਾ ਯਾਰ ਖੜੇ ਹੋ ਗਏ। ਸੋ ਇਹਦਾ ਮਤਲਬ 3 ਮਹੀਨੇ ਦੇ ਅੰਦਰ ਤੁਸੀਂ, ਮੈਂ ਗਾਰੰਟੀ ਦੇ ਕੇ ਦੱਸਦਾ, ਤੁਸੀਂ ਅਸ਼ਵਗੰਧਾ ਦੀ ਗੋਲੀਆਂ ਹੀ ਹੈਗੀਆਂ, ਇਹ 150 ਰੁਪਏ ਤੱਕ ਮੈਕਸਿਮਮ ਪੈਂਦੀਆਂ, 130 150 ਤੱਕ 60 ਗੋਲੀਆਂ ਹੁੰਦੀ। ਇੱਕ ਖਾਂਦੇ ਰਹੋ ਜੀ। ਜੇ 2.5 ਮਹੀਨੇ ਤੁਹਾਨੂੰ ਇਹ ਪੂਰੇ ਭਲਵਾਨ, ਮਤਲਬ ਤੁਹਾਡਾ ਬਹੁਤ ਫਰਕ ਨਾ ਆਇਆ ਤਾਂ ਮੈਨੂੰ ਕਹਿ ਦਿਓ। ਇਸ ਕਰਕੇ ਜਿਹੜੀ ਆਯੁਸ਼ ਨੂੰ ਇੰਨਾ ਪ੍ਰਮੋਟ ਨਹੀਂ ਕਰ ਰਹੇ, ਉਹ ਪਾਤਾ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਹੁਣ ਦੇਖੋ ਇਹ ਗੱਲ ਹੈਗੀ, ਜ਼ਰੂਰੀ ਇਹ ਨਹੀਂ ਹੈ ਕਿ ਹਰ ਥਾਂ ਤੇ ਤੁਹਾਨੂੰ ਅੱਜ ਕੱਲ੍ਹ ਮਿਲਣ ਲੱਗ ਗਈਆਂ। ਪਹਿਲੇ ਨਹੀਂ ਮਿਲਦੀਆਂ ਸੀ ਜੜੀ ਬੂਟੀਆਂ ਜੀ ਹਰ ਥਾਂ ਤੇ। ਇਕੱਲਾ ਰਾਮਦੇਵ ਵਾਲਾ ਨਹੀਂ ਹੈਗਾ ਸਿਸਟਮ ਜਾਂ ਉਹਨੂੰ ਚਲੋ ਨਹੀਂ ਬੰਦੇ ਕੋਈ ਸਹੀ ਗਿੰਦੇ, ਕੋਈ ਪਤਾ ਨਹੀਂ ਕੀ ਕੁਛ ਕਰੀ ਜਾਂਦਾ ਹੈਗਾ। ਤੇ ਜਿਹੜੇ ਦੂਜੇ ਹੈਗੇ ਆ, ਤੁਸੀਂ ਇਹ ਲਓ। ਤੁਸੀਂ ਇਹਦੇ ਨਾਲ ਜੇ ਉਹ ਵਾਈਟਾਮਿਨ, ਮੈਨੂੰ ਕੋਈ ਡਾਕਟਰ ਵੀ ਕਿਸੇ ਨੇ ਪਾਈ, ਹੁਣੇ ਪੋਸਟ ਪਾਈ ਹੈ, ਕਹਿੰਦਾ ਵਾਈਟਾਮਿਨ C, D ਤੇ A, ਕਹਿੰਦਾ ਵਾਈਟਾਮਿਨ C ਦੀ ਮੈਨੂੰ ਉਹਨਾਂ ਨੇ ਐਕਸੈਸ ਦੇਤੀ ਤੇ ਕਹਿੰਦਾ ਮੈਂ ਠੀਕ ਹੋ ਗਿਆ, ਕਿਉਰ ਹੋ ਗਿਆ। ਤਾਂ ਉਹ ਕਹਿਣ ਦਾ ਮਤਲਬ ਕਿ ਇਹ ਜਿਹੜੀਆਂ ਉਹੀ ਚੀਜ਼ਾਂ ਵਾਈਟਾਮਿਨ C ਵਗੈਰਾ, ਇਹ ਸਰ 1918-19 ਦੇ ਵਿੱਚ ਵੀ ਇੱਕ ਮਹਾਮਾਰੀ ਆਈ ਸੀ। ਉਦੋਂ ਕਹਿੰਦੇ ਨੇ ਵੀ ਜਿਹੜੇ ਬੰਦੇ ਦਾਲਚੀਨੀ ਵਾਲੀ ਫੈਕਟਰੀ 'ਚ ਕੰਮ ਕਰਦੇ ਸੀ, ਕਹਿੰਦੇ ਉਹਨਾਂ ਨੂੰ ਕਿਸੇ ਨੂੰ ਵੀ ਫਲੂ ਨਹੀਂ ਹੋਇਆ ਸੀ। ਦਾਲਚੀਨੀ ਵੀ ਇੱਕ ਸਾਈਡ ਆਯੁਰਵੇਦ ਦਾ ਹੀ ਹਿੱਸਾ ਹੈ। ਹਾਂਜੀ ਹਾਂਜੀ ਬਿਲਕੁਲ ਜੀ। ਮੇਰਾ ਇੱਕ ਦੋਸਤ ਹੈਗਾ ਜੀ, ਉਹਨਾਂ ਨੇ ਦੱਸਿਆ ਮੈਨੂੰ, ਕਹਿੰਦਾ ਮੇਰੇ ਦਾਦਾ ਕਹਿੰਦਾ ਸਾਰੀ ਫੈਮਿਲੀ ਖਤਮ ਹੋ ਗਈ ਸੀ, ਯਾਨੀ ਕਿ ਉਹਦੀ ਫੈਮਿਲੀ ਵੀ ਨਹੀਂ ਹੋਣੀ ਸੀ। ਉਹ ਕਹਿੰਦਾ ਉਹ ਕੀ ਕਰਦਾ, ਕਹਿੰਦਾ ਭੁੱਖਾਂ ਖਾਂਦੇ ਰਹੀ ਗੰਢੇ ਆਪਣੇ, ਬਹੁਤ ਗੰਢਿਆਂ 'ਚ ਐਂਟੀਟੌਕਸਿਨਸ ਹੁੰਦੇ ਜੀ, ਬਹੁਤ ਹੈਵੀ। ਮੈਂ ਖੁਦ ਹੁਣ ਵਧਾ ਰੱਖਿਆ ਇਹਦੇ ਕਾਰਨ, ਕਰੋਨਾ ਦੇ ਕਾਰਨ। ਇਹ ਨੌਲੇਜ ਜਿਹੜੀ ਹੈਗੀ ਜੀ, ਪਿਛਲੀ ਨੌਲੇਜ ਆਪਾਂ ਰੱਖ ਨਹੀਂ ਰਹੇ। ਬਹੁਤ ਆਪਣੇ 'ਚ ਕੀ ਕਹਿੰਦੇ ਹੁੰਦੇ ਆ, ਪਿੱਛੇ ਸੰਸਕਾਰ 'ਚ ਆਪਣੇ ਸੰਸਕਾਰ 'ਚ ਪਿੱਛੇ ਕੋਈ ਕਮੀ ਪੈ ਗਈ ਹੈ, ਜਾਂ ਫਿਰ ਨੀਅਤ ਜਿਹੜੀ ਹੈ ਉਹ ਬਦਨੀਤ ਹੋ ਗਈ ਹੈ ਸਰਕਾਰਾਂ ਦੀ, ਬਈ ਇਹਨਾਂ ਦਾ ਕਮਿਸ਼ਨ ਜਿਹੜਾ ਹੈਗਾ ਹੈ ਮੈਡੀਕਲ ਮਾਫੀਆ ਤੋਂ ਉਹ ਰੁਕ ਜਾਣਾ, ਜਾਂ ਮੈਡੀਕਲ ਮਾਫੀਆ ਖਤਮ ਹੋ ਜਾਣਾ, ਇਸ ਕਰਕੇ ਜੋ ਹੈ ਆਯੁਰਵੇਦ ਨੂੰ ਪ੍ਰਮੋਟ ਕੀਤਾ ਹੀ ਨਹੀਂ ਜਾ ਰਿਹਾ। ਨਹੀਂ, ਨੀਅਤ ਤਾਂ ਨਹੀਂ ਲੱਗਦੀ। ਦੇਖੋ ਮੈਂ ਸੋਚਦਾ, ਕਿਉਂਕਿ ਦੇਖੋ ਚਲੋ RSS ਦੀ ਆਪਾਂ ਵਾਰੀ ਉੱਥੇ ਗੱਲ ਆ ਜਾਂਦੀ ਹੈ ਨਾ, ਜਿਹੜੀ ਕਿਉਂਕਿ ਸਰਕਾਰ ਉਹਨਾਂ ਦੀ ਹੈਗੀ,
ਉਹਨਾਂ ਦਾ ਸਵਦੇਸ਼ੀ ਦਾ ਦਿੱਤਾ ਸੀਗਾ। ਤੋ ਇਹਨੂੰ ਪ੍ਰਮੋਟ ਕਰਨ ਦੀ ਬਜਾਏ ਨਾ ਸਿਰਫ ਐਵੇਂ ਉਸ ਸਿਸਟਮ ਜਿਹੇ 'ਚ ਪਾਤਾ ਤੇ ਕਾਗਜ਼ ਛੱਡਤਾ। ਜਿਹੜੇ ਪੈਸੇ ਮਿਲਦੇ ਜੀ ਫਿਰ ਦੇਖੋ ਅਸਲੀ ਪੈਸੇ ਬਣਨੇ ਆ ਉਹ ਫਾਰਮਾਸਿਊਟੀਕਲ ਕੰਪਨੀਜ਼ ਚੋਂ। ਫਾਰਮਾਸਿਊਟੀਕਲਸ ਕੰਪਨੀ ਨੂੰ ਫੰਡ ਕੌਣ ਕਰਦੇ ਹੈ? ਬਿਲ ਗੇਟਸ ਵਰਗੇ। ਆਪਾਂ ਲੋਕਾਂ ਨੂੰ ਪਤਾ ਨਹੀਂ ਹੈਗਾ। ਇਹ ਬਿਲ ਗੇਟਸ ਜਿਹੜਾ ਹੈਗਾ ਹੁਣ ਸੀਡਸ ਦੇ ਵਿੱਚ ਵੀ ਬੜਾ ਕਿਸਾਨਾਂ ਦੇ ਵਿੱਚ ਕਿਉਂ ਪ੍ਰੋਬਲਮ ਆ ਰਹੀ ਹੈਗੀ? ਆਪਾਂ ਤਾਂ ਅਦਾਨੀ ਅੰਬਾਨੀ ਨੂੰ ਸੋਚੀ ਬੈਠੇ ਕੁਛ ਨਹੀਂ ਹੈ ਜੀ। ਉਹਦਾ ਅੱਗੇ ਕੀ ਹੈਗਾ ਬਿਲ ਗੇਟਸ ਦੇ? ਉਹਦੇ ਕੋਲ 2018 ਚ ਉਹਨੇ 24,000 ਕਿੱਲੇ ਖਰੀਦੇ ਆ ਜ਼ਮੀਨ। ਹੁਣ ਹੀ ਇਜ਼ ਦਾ ਬਿਗੇਸਟ ਲੈਂਡਲੋਰਡ ਇਨ ਹੋਲ ਆਫ ਦਾ ਵਰਲਡ। ਇਹਦੇ ਕੋਲ 2,40,000 ਏਕੜ ਜ਼ਮੀਨ ਹੈਗੀ ਹੈ। ਉਹ ਤੇ ਸੀਡ ਇਹ ਮਤਲਬ ਦੂਜੀ ਤਰ੍ਹਾਂ ਦੀ ਉਗਾਉਣਾ ਚਾਹੁੰਦਾ ਕਿ ਜਿਹੜੀਆਂ ਕਿ ਆਪਾਂ ਨੂੰ ਸੀਡ ਪ੍ਰੋਵਾਈਡ ਵੀ ਕਰਨਾ ਚਾਹੁੰਦਾ। ਹੁਣ ਇਹਨਾਂ ਇੱਥੇ ਆਪਾਂ ਪੈਰ ਨਹੀਂ ਲੱਗਣ ਦਿੱਤੇ। ਬੀਬੀਆਂ ਹੈਗੀ ਇੱਕ ਬੜੀ ਹਿਮਾਚਲ ਦੀ ਹੈਗੀ ਹੈ ਡਾਕਟਰ ਵੰਦਨਾ ਸ਼ਿਵਾ। ਉਹਨੇ ਬੜਾ ਅਪੋਜ਼ ਕੀਤਾ। ਬੜੀ ਵੈਲ ਨੋਨ ਲੇਡੀ ਹੈਗੀ ਹੈ। ਅਤੇ ਉਹ ਮਤਲਬ ਉਹ ਕਹਿੰਦੀ ਕਿ ਵੀ ਇਹ ਉਹਨੇ ਨਾਂ ਦਿੱਤੇ। ਇਹ ਸਾਰੇ ਫਾਰਮਾਸਿਊਟੀਕਲ ਕੰਪਨੀ ਜਿਵੇਂ ਵੈਕਸੀਨਸ ਦੀ ਗੱਲ ਆਉਂਦੀ ਹੈ ਕਿ ਵੈਕਸੀਨਸ ਦੀ ਡਾਊਟ ਹੋਣ ਲੱਗੀ। ਤੁਸੀਂ ਜੇ ਆਯੁਰਵੇਦਿਕ ਪ੍ਰਮੋਟ ਕਰੋਗੇ ਤਾਂ ਇੱਥੋਂ ਮਿਲ ਜੂ ਤੁਹਾਨੂੰ ਸਾਰਾ ਕੁਛ। ਆਪਾਂ ਵੀ ਲੈ ਲਾਂਗੇ। ਆਪਾਂ ਜਾਵਾਂਗੇ ਤੁਸੀਂ ਜਾਓ। ਤੁਹਾਨੂੰ ਇਹ ਨਹੀਂ ਹੈਗੀ ਅਸ਼ਵਗੰਧਾ ਤੁਹਾਨੂੰ ਬੂਟੀਆਂ ਮਿਲ ਜਾਣਗੀਆਂ ਜੀ ਬੜੇ ਆਰਾਮ ਨਾਲ ਮਿਲ ਜਾਂਦੀਆਂ। ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ ਹੈ। ਇਹ ਜੇ ਤੁਹਾਡੀ ਗੱਲ ਸਹੀ ਹੈ ਜੇ ਫਾਰਮਾਸਿਊਟੀਕਲਸ ਨੂੰ ਆਪਾਂ ਦੇਵਾਂਗੇ ਨਹੀਂ ਜੇ ਵੈਕਸੀਨਸ ਨਹੀਂ ਬਣਾਵਾਂਗੇ। ਹੁਣ ਵੈਕਸੀਨਸ ਦੀ ਵੀ ਕਿਸੇ ਕੋਈ ਇੱਕ ਲੇਡੀ ਹੈਗੀ ਹੈ ਡਾਕਟਰ ਕੈਰੀ ਮੈਡੇਜ। ਉਹ ਕਹਿੰਦੀ ਕਿ 10 ਸਾਲ ਲੱਗ ਜਾਂਦੇ। ਕਹਿੰਦੇ ਮੈਂ ਵੈਕਸੀਨਸ ਤੇ ਮੇਰੇ ਕੰਮ ਕੀਤਾ ਮੈਂ 10 ਸਾਲ ਲੱਗ ਜਾਂਦੇ ਵੈਕਸੀਨ ਬਣਾਉਣ ਨੂੰ। ਉਹਨੇ ਤੁਸੀਂ ਐਕਸਪੈਰੀਮੈਂਟ ਕਹਿੰਦਾ ਕੀਤੇ ਸਾਲ 'ਚ ਉਹਨਾਂ ਨੇ ਤਿਆਰ ਕਰਤੀ। ਕਿਵੇਂ ਕਰਤੀ? ਤੇ ਆਪਣੀ ਰਿਪੋਰਟ ਵੀ ਆ ਰਹੀ ਹੈ ਕਿ ਆਪਾਂ ਦੋਵੇਂ ਟੀਕੇ ਲਵਾ ਲਈ। ਦੇਖੋ ਇੱਕ ਟੀਕਾ ਮੈਂ ਵੀ ਲਵਾ ਚੁੱਕਿਆ। ਕੁਛ ਅਗਲੀ ਹਫ਼ਤੇ 10 ਦਿਨ ਮੈਂ ਦੂਜਾ ਵੀ ਲਵਾ ਲੂੰਗਾ। ਪਰ ਪੁਆਇੰਟ ਇਹ ਆਉਂਦੀ ਹੈਗਾ ਕਿ ਵੀ ਇਹਨਾਂ ਨਾਲ ਕਹਿੰਦਾ ਕੋਈ ਇਹਨਾਂ ਬਿਮਾਰੀ ਨਹੀਂ ਖਤਮ ਹੋ ਜਾਂਦੀ। ਥੋੜ੍ਹਾ ਇਮਿਊਨ ਸਿਸਟਮ ਸਟਰੋਂਗ ਹੋ ਜਾਂਦਾ। ਤਾਂ ਇਮਿਊਨ ਸਿਸਟਮ ਜੀ ਤੁਹਾਡਾ ਸਟਰੋਂਗ ਮੈਂ ਤੁਹਾਨੂੰ ਗਰੰਟੀ ਦੇ ਕੇ ਦਿੰਦਾ ਤੁਸੀਂ ਅਸ਼ਵਗੰਧਾ ਖਾਂਦੇ ਰਹੋ ਅਤੇ ਤੁਸੀਂ ਚਵਨਪ੍ਰਾਸ਼ ਖਾਂਦੇ ਰਹੋ। ਜੇ ਮੈਂ ਬੋਡੀ ਬਿਲਡਿੰਗ ਤੁਸੀਂ ਸੋਚਿਆ ਕਿ ਜੇ 500 ਦੀ ਸਕੁਐਟ 'ਚ ਲਾ ਦੀ ਹੁੰਦੀ ਸੀਗੀ ਤਾਂ ਕੋਈ ਦਮ ਹੁੰਦਾ ਹੋਊ ਸਾਡੇ 'ਚ। ਹਾਲੇ ਵੀ ਕੋਈ ਕਮਜ਼ੋਰ ਨਹੀਂ ਹੈ। ਹਾਲੇ ਵੀ ਮੈਂ ਥੋੜ੍ਹੀ ਮੋਟੀ ਕਰ ਜਾਂਦਾ ਹੈਗਾ। ਤਾਂ ਤੁਸੀਂ ਆਪਣੀ ਜਿਹੜੀ ਆਯੁਰਵੇਦ ਦੀਆਂ ਚੀਜ਼ਾਂ ਜਿਹੜੀ ਹਿੰਦੁਸਤਾਨ ਦੀਆਂ ਸਨਾਤਨੀ ਸਿਸਟਮ 'ਚ ਆਪਣੇ ਪਈਆਂ ਪਿਛਲੀਆਂ ਉਹਨਾਂ ਨੂੰ ਇਖਤਿਆਰ ਕਰਨਾ ਚਾਹੀਦਾ। ਇਹ ਨਹੀਂ ਹੈਗਾ ਕਿ ਜੀ ਮੁੜ ਕੇ ਜੀ ਤਾਂ ਫੀਮ ਖਾ ਲਓ ਜੀ। ਅੱਜ ਕੱਲ੍ਹ ਕੋਈ ਆ ਵੀ ਨਵਾਂ ਸਿਸਟਮ ਸ਼ੁਰੂ ਕਰ ਰਿਹਾ ਤਾਂ ਕਿਤੇ ਬੀਬੀ ਬੋਲ ਪਈ ਇੱਕ ਬੜੀ ਚੰਗੀ ਸਿਆਣੀ ਸੀ ਡਾਕਟਰ। ਮੈਂ ਕਾਹਨੂੰ ਨਾਂ ਜਿਹਾ ਲੈਣਾ ਤੇ ਲੇਕਿਨ ਹੈਗਾ ਬੋਲ ਗਈ ਹੁਣੇ ਥੋੜ੍ਹੀ ਜਿਹੀ ਕਿ ਫੀਮ ਦੀ ਖੁੱਤੀ ਹੋਣੀ ਚਾਹੀਦੀ। ਉਹ ਸਾਰਿਆਂ ਨੂੰ ਤੁਸੀਂ ਤਾਂ ਇਹ ਤਾਂ ਤੁਸੀਂ ਫੀਮ 'ਚ ਹੀ ਬਣਾ ਦੋਗੇ। ਵੀ ਵੈਰੀ ਮਚ ਆਬਜੈਕਟ ਐਜ਼ ਅ ਰਿਲੀਜੀਅਸ ਲੀਡਰ ਆਈ ਆਬਜੈਕਟ ਟੂ ਐਨੀਬਡੀ ਟੇਕਿੰਗ ਡਰੱਗਸ ਔਰ ਸਿੰਥੈਟਿਕ ਡਰੱਗਸ ਔਰ ਐਨੀ ਟਾਈਪ ਆਫ ਇੰਟੋਕਸੀਕੈਂਟ ਕਿ ਜਿਹੜਾ ਨਸ਼ਾ ਹੈਗਾ ਜਿਹੜਾ ਤੁਸੀਂ ਉਹ ਅੰਮ੍ਰਿਤ ਹੈਗਾ ਅਤੇ ਉਹ ਭੋਲੇ ਸ਼ੰਕਰ ਦਾ ਉਹ ਅੰਦਰ ਹੈ। ਉਹ ਬਾਹਰ ਨਹੀਂ ਉਹ ਭੰਗ ਖਾ ਕੇ। ਇਹ ਤਾਂ ਆਪਾਂ ਸਾਰਿਆਂ ਨੂੰ ਅਮਲੀ ਕਹਿੰਦੇ। ਸਾਡੇ ਸਾਰੇ ਪਿੰਡ ਜੀ ਦੇਖੋ ਮੇਰਾ ਹਲਕਾ ਲੰਬੀ ਹੈ। ਉਹ ਬਾਰਡਰ ਨੇੜੇ ਜੀ। ਮੈਂ ਕਹਿੰਦਾ ਮੈਜੋਰਟੀ ਬੰਦੇ ਤਾਂ ਖੱਬੇ ਸੱਜੇ ਹਟਦੇ ਨਹੀਂ ਗਲਤ ਕਰਨ ਨੂੰ। ਤਾਂ ਇਸ ਕਰਕੇ ਇਹ ਚੀਜ਼ਾਂ ਦਾ ਆਪਾਂ ਨੂੰ ਆਯੁਰਵੈਦਿਕ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਮੈਂ ਖੁਦ ਇਹਨੂੰ ਲੈਣਾ ਵੀ ਹੈ। ਖੁਦ ਮੈਂ ਇਹਨੂੰ ਅਜ਼ਮਾਇਆ ਵੀ ਹੈਗਾ। ਜਦੋਂ ਜਿਹੜੀ ਚੀਜ਼ ਅਜ਼ਮਾਈ ਜਾ ਚੁੱਕੀ ਹੈਗੀ ਉਸ ਨੂੰ ਨਾਲੇ ਮੈਂ 7 ਸਾਲ ਉਦੋਂ ਬਾਅਦ ਬੋਡੀ ਬਿਲਡਿੰਗ ਫਿਰ ਕੀਤੀ 97 ਤਾਈਂ। ਮੈਨੂੰ ਕੋਈ ਕਮਜ਼ੋਰੀ ਮਹਿਸੂਸ ਨਹੀਂ ਆ। ਬਿਲਕੁਲ ਐ ਘੋੜੇ ਵਾਂਗੂ ਫਿਰਦਾ ਸੀਗਾ। ਅਤੇ ਉਹ ਕਹਿਣ ਦਾ ਮਤਲਬ ਕਿ ਵੀ ਇਹ ਆਪਣੇ ਸਿਸਟਮ 'ਚ ਤੁਹਾਨੂੰ ਜੜੀਆਂ ਬੂਟੀਆਂ ਜੇ ਪਛਾਣ ਕਰੋਗੇ ਤਾਂ ਜ਼ਿਆਦਾ ਵੀ ਹੈ ਨਹੀਂ। ਜਿਹੜੀ ਆਹੀ ਅਸ਼ਵਗੰਧਾ ਤੁਹਾਨੂੰ ਇੱਕ ਸਿੰਪਲ ਕਹੀ ਜਾਂਦਾ ਇਹ ਇੰਨੀ ਇਹਨੂੰ ਚਾਈਨੀਜ਼ ਕਹਿੰਦੇ ਇਹਨੂੰ ਜਿਨਸਿੰਗ। ਇਹਦੇ ਵਿੱਚ ਇੰਨੀ ਤਾਕਤ ਹੈਗੀ ਹੈ। ਅਤੇ ਉਹ ਤੁਸੀਂ ਚਵਨਪ੍ਰਾਸ਼ ਉਹਦੇ ਥੋੜ੍ਹੇ ਟਰੇਸ ਮਿਨਰਲਸ ਵਗੈਰਾ ਹੈ ਤੁਸੀਂ ਇਹ ਲਓ ਅਤੇ ਤੁਸੀਂ ਆਪਦੀ ਜਿਵੇਂ ਤੁਹਾਨੂੰ ਦੱਸੀ ਜਾਂਦਾ ਕਿ ਗੱਲ ਆਉਂਦੀ ਹੈ ਇਹ ਉੱਥੇ ਜਿਹੜਾ ਜਿਵੇਂ ਕਿਸਾਨਾਂ ਨੂੰ ਕਿਉਂ ਨਹੀਂ ਹੋਇਆ। ਇੱਕ ਤਾਂ ਉਹਦਾ ਇਮਿਊਨ ਸਿਸਟਮ ਸਟਰੋਂਗ ਹੈ। ਇਮਿਊਨ ਬੇਸਿਕਲੀ ਕੁਛ ਕੀ ਹੈ ਜੀ? ਕਰੋਨਾ ਕੀ ਹੈ? ਕਰੋਨਾ ਇੱਕ ਸਿੰਪਲ ਫਲੂ ਹੈ, ਜ਼ੁਕਾਮ ਹੈ। ਜਿਹੜਾ ਨਹੀਂ ਕਿਉਰ ਹੁੰਦਾ ਉਹਨੂੰ ਕਰੋਨਾ ਕਹਿ ਦਿੰਦੇ। ਕਰੋਨਾ ਕਰਦਾ ਕੀ ਹੈ ਜੀ? ਤੁਹਾਨੂੰ ਪਹਿਲੇ ਇਹ ਥੋੜ੍ਹਾ ਇਮਿਊਨ ਸਿਸਟਮ ਜਦੋਂ ਕਮਜ਼ੋਰ ਹੁੰਦਾ ਤਾਂ ਆਪਾਂ ਨੂੰ ਜ਼ੁਕਾਮ ਹੋ ਜਾਂਦਾ। ਜ਼ੁਕਾਮ ਹੋ ਜਾਂਦਾ ਆਪਾਂ ਨੂੰ ਬਲਗਮ ਹੋ ਜਾਂਦੀ ਹੈ। ਬਲਗਮ ਹੋ ਜਾਂਦੀ ਆਪਣੀ ਛਾਤੀ ਦੇ ਉਹ ਸਾਹ ਰੁਕ ਜਾਂਦੇ। ਸਾਹ ਰੁਕ ਜਾਂਦਾ ਆਪਾਂ ਨੂੰ ਨਿਮੋਨੀਆ ਹੋ ਜਾਂਦਾ। ਨਿਮੋਨੀਆ ਹੋ ਜਾਂਦਾ ਆਪਾਂ ਮਰ ਜਾਂਦੇ। ਇੰਨੀ ਕੁ ਗੱਲ ਹੈਗੀ ਹੈ। ਜੇ ਆਪਾਂ ਹੱਥ ਸਾਫ਼ ਰੱਖਾਂਗੇ ਮੂੰਹ ਤੋਂ ਕੋਈ ਛਿੱਕ ਛੱਕ ਜਿਹਾ ਨਹੀਂ ਕਰਾਂਗੇ ਥੋੜ੍ਹਾ ਡਿਸਟੈਂਸ ਜੀ ਥੋੜ੍ਹੀ ਧਿਆਨ ਨਾਲ ਰੱਖ ਲਾਂਗੇ ਤਾਂ ਇਹਦੇ 'ਚ ਰੁਕ ਸਕਦਾ। ਕਿਸਾਨਾਂ ਦਾ ਕਿਉਂ ਰੁਕਿਆ? ਇੱਕ ਤਾਂ ਕੀਰਤੀ ਬੰਦੇ ਆ, ਕੰਮ ਕਰਨ ਵਾਲੇ ਬੰਦੇ ਹੈਗੇ, ਤਕੜੇ ਹੈਗੇ। ਅਤੇ ਦੂਜੀ ਗੱਲ ਇਹ ਆਉਂਦੀ ਹੈ ਕਿ ਉਹ ਜਿਹੜੀ ਉਹਨਾਂ ਦੇ ਮਤਲਬ ਉਹਨਾਂ ਦੇ ਇੱਕ ਤਰ੍ਹਾਂ ਦਾ ਮਾਇੰਡ 'ਚ ਵੀ ਨਹੀਂ ਆਉਂਦਾ ਕਿ ਅਸੀਂ ਹੋ ਸਕਦੇ ਹਾਂ। ਖਿਆਲ ਵੀ ਨਹੀਂ ਆਉਂਦਾ। ਅਤੇ ਇੱਕ ਅੰਦਰ ਦੀ ਤਾਕਤ ਬਣੀ ਹੋਈ ਜੋ ਹਿੰਦੁਸਤਾਨ ਦੀ ਆਪਣੇ ਇਹ ਦੇਖੋ ਸਾਰੇ ਫਾਈਟਰ ਸੀਗੇ ਸਾਰੇ ਭਾਵੇਂ ਜਾਟ ਸਾਰੇ ਹੀ ਜਾਟ ਹੈ। ਉੱਧਰਲੇ ਲਾ ਕੇ ਭਾਵੇਂ ਯੂਪੀ ਦੇ ਫੜ ਲਓ, ਹਿਮਾਚਲ ਦੇ ਫੜ ਲਓ, ਪੰਜਾਬ ਦੇ ਫੜ ਲਓ, ਹਰਿਆਣੇ ਦੇ ਫੜ ਲਓ, ਸਭ ਜਾਟ ਸਿਸਟਮ ਹੈ। ਉੱਥੇ ਹੀ ਤੁਹਾਨੂੰ ਤੁਹਾਡੇ ਮੇਰੇ ਵਰਗੇ ਵੀ ਮਿਲ ਜਾਣਗੇ। ਉਹ ਜਿਹੜੀਆਂ ਉਹ ਚੀਜ਼ਾਂ ਇਸ ਕਰਕੇ ਆਯੁਰਵੇਦ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੀਦਾ। ਜਿਹੜੀਆਂ ਠੀਕ ਹੈ ਮਾੜੀਆਂ ਨਹੀਂ ਹੈਗੀਆਂ ਜੀ ਜਿਹੜੀਆਂ ਵੈਸਟਰਨ ਮੈਡੀਸਨਸ ਹੈਗੀਆਂ ਕੋਈ ਬਟ ਦੇ ਹੈਵ ਦੇਅਰ ਓਨ ਲਿਮਿਟੇਸ਼ਨਸ। ਆਪਣੇ ਇਹਦਾ ਇੱਕ ਸਾਈਡ ਇਫੈਕਟ ਬਹੁਤ ਲਿਮਿਟਡ ਹੈ, ਬਹੁਤ ਲਿਮਿਟਡ ਹੈਗੇ। ਐਨ ਆਪਾਂ ਨੂੰ ਪ੍ਰਮੋਟ ਕਰਨੇ ਚਾਹੀਦੇ ਆ। ਸਰਕਾਰ ਨੂੰ ਹੋਰ ਵੱਧ ਕਰਨਾ ਚਾਹੀਦਾ। ਸਰਕਾਰ ਤੁਹਾਡੀ ਗੱਲ ਸਹੀ ਹੈ। ਇਹਨਾਂ ਨੇ ਜਿਵੇਂ ਬਾਦੋਂ ਥੋੜ੍ਹਾ ਜਿਹਾ ਜਿਵੇਂ ਗੱਲ ਜੀ ਤੋੜ ਕੇ ਨਾ ਅਤੇ ਆਪਦੀ ਚੁੱਪੀ ਸਾਧ ਕੇ ਬਹਿ ਕੇ ਹਰ ਰੋਜ਼ ਪ੍ਰਮੋਟ ਕਰੋ। ਥਾਂ ਥਾਂ 'ਤੇ ਐਡਵਰਟੀਜ਼ਮੈਂਟਸ ਦਿਓ ਲੱਖਾਂ 'ਤੇ ਤੁਸੀਂ ਉਹ ਤਾਂ ਲਾ ਦਿੰਦੇ ਹੋ ਤੁਸੀਂ ਪੋਲੀਟੀਕਲ ਐਡਵਰਟੀਜ਼ਮੈਂਟਸ 'ਤੇ ਜਹਾਜ਼ਾਂ 'ਤੇ ਲਾ ਦਿੰਦੇ ਹੋ ਤੁਸੀਂ 7500 ਕਰੋੜ ਲਾ ਤਾ ਕਿ ਜਹਾਜ਼ ਖਰੀਦਣ 'ਤੇ ਹੀ। ਅਤੇ ਭਾਈ ਉਹ ਤੁਸੀਂ ਇੰਨੀ ਲੋਕਾਂ ਵਾਸਤੇ ਕਰੋ। ਹੁਣ ਵੀ ਤੁਸੀਂ ਜਿਹੜੇ ਕਿਸਾਨਾਂ ਵਾਸਤੇ ਜੇ ਤੁਸੀਂ ਇਹਨਾਂ ਨੂੰ ਦੇਖੋ ਇਹਨਾਂ ਨੂੰ ਨਾਲ ਲਓ
ਦੇਸ਼ ਨੂੰ ਚਲਾਓ, ਖੁਸ਼ਹਾਲ ਰੱਖੋ। ਇਹ ਵੈਸਟਰਨ ਕੰਟਰੀਜ਼ ਦੀ ਮਾਰਚ ਨਾ ਹੋ, ਉੱਥੇ ਸਾਰਾ ਸਿਸਟਮ ਫੇਲ ਹੋ ਚੁੱਕਿਆ ਜੀ। ਵੈਸਟਰਨ ਕੰਟਰੀਜ਼ 'ਚ ਇਹਨਾਂ ਨਹੀਂ ਫੇਲ ਕੀਤਾ ਸੀ। ਆ ਜੋਕਰ ਸੀਗਾ, ਕੀ ਨਾਂ ਇਹਦਾ, ਪਹਿਲੇ ਬੁਸ਼ ਸੀ ਮੇਰੇ ਖਿਆਲ 'ਚ, ਨਹੀਂ ਰੋਨਾਲਡ ਰੀਗਨ, ਉਹਨੇ ਕੀਤੇ ਸੀ ਆਹ ਲਾਜ਼। ਉਹ ਬਿਲਕੁਲ ਜੀ 2% ਰਹਿ ਗਏ ਵਿਚਾਰੇ, ਕਿਸਾਨ ਮਰ ਕੇ ਖਤਮ ਹੋ ਗਏ ਉਹਦੇ 'ਚ, ਅਮਰੀਕਾ 'ਚ। ਉਹ ਜਿਹੜਾ ਕੈਨੇਡਾ, ਜਿਹੜਾ ਰੇਟ 1885 ਦਾ ਰੇਟ ਕਣਕ ਦਾ, ਕਹਿੰਦਾ ਉਹੀ ਤੁਰੀ ਆਉਂਦਾ ਹੈਗਾ, ਉਹ ਤਾਂ ਖਤਮ ਕਰਤੇ। ਜਦੋਂ 2,40,000 ਏਕੜ ਬਿਲ ਗੇਟਸ ਕੋਲੇ ਹੈਗੇ ਆ, ਤੁਹਾਡੇ ਪੈਰ ਲੱਗਣ ਦੇਊਗਾ ਯਾਰ? ਵਿਚਾਰੇ ਖਤਮ ਕਰਤੇ। ਐਸੇ ਕਰਕੇ ਕਿਸਾਨਾਂ ਨੂੰ ਜੇ ਲੜਾਈ ਲੜ ਰਹੇ ਨਾ ਜੀ, ਇਹ ਬੜੀ ਜੈਨੂਇਨ ਲੜ ਰਹੇ ਹੈਗੇ ਲੋਕ, ਜਿਹੜੇ ਜੇ ਕਹਿੰਦੇ ਕਿ ਇਹ ਤਾਂ ਨਹੀਂ ਜੀ ਅਸਲੀ ਚੀਜ਼, ਅਸੀਂ ਤਾਂ ਬੜੇ ਸਹੀ ਕੀਤੇ, ਸਹੀ ਨਹੀਂ ਜੀ, ਬਿਲਕੁਲ ਟੋਟਲ ਗਲਤ ਹੈ। ਬਾਊਆਂ ਨੇ ਬਣਾਇਆ ਜੀ ਇਹ ਕੰਟਰੋਲ, ਅੰਡਰ ਦਾ ਗਾਈਡੈਂਸ ਆਫ ਦਾ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਹੈਗੀਆਂ, ਜਾਂ ਅਡਾਨੀ ਜਾਂ ਅੰਬਾਨੀ ਜਿਹੜੇ ਵੀ ਹੈਗੇ ਆ, ਇਸ ਕਰਕੇ ਇਹਨੂੰ ਰਿਮੂਵ ਕਰ ਲੈਣਾ ਚਾਹੀਦਾ ਹੈ। 2 ਮਿੰਟ ਕਰਨ ਦੇਖੋ ਜੀ, ਉਹ ਕਹਿੰਦਾ ਸਾਡਾ ਕੋਈ ਰੌਲਾ ਹੀ ਕੁਝ ਨਹੀਂ, ਤਿੰਨੇ ਕਾਨੂੰਨ ਵਾਪਸ ਕਰ ਲਓ, MSP ਦੀ ਕਹਿੰਦੇ ਲਾਅ ਬਣਾ ਦਿਓ, ਅਸੀਂ ਦੂਜੇ ਦਿਨ ਚਲੇ ਜਾਂਦੇ ਵਾਪਸ। ਮੋਦੀ ਸਾਹਿਬ ਨੂੰ ਕਰਨਾ ਚਾਹੀਦਾ, ਉਹ ਦਰਿਆ ਦਿਲੀ ਦਿਖਾਓ ਮਹਾਰਾਜ, ਬੜੀ ਸਿਆਣਪ ਐਸੇਜ ਹੈਗੀ ਆਪਣਾ ਹਿੰਦੁਸਤਾਨ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਡਾਕਟਰ ਈਸ਼ਵਰਦਾਸ ਸਿੰਘ ਸਿੱਧੂ ਜੀ। ਨਿਰਮਲਾ ਪੰਚਾਇਤੀ ਅਖਾੜੇ ਹਰਿਦੁਆਰ ਦੇ ਮਹਾਮੰਡਲੇਸ਼ਵਰ ਨੇ ਬੜੀਆਂ, ਮੈਂ ਕਹਾਂਗਾ, ਜੈਨੂਅਨ ਗੱਲਾਂ ਕੀਤੀਆਂ ਨੇ। ਸਭ ਤੋਂ ਪਹਿਲੀ ਗੱਲ ਬਈ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਦੂਜੀ ਗੱਲ, ਕਿਸਾਨਾਂ ਨੂੰ ਕਰੋਨਾ ਕਿਉਂ ਨਹੀਂ ਹੋ ਰਿਹਾ? ਕਿਉਂਕਿ ਉਹ ਅੰਦਰੋਂ ਇੰਨੇ ਸਟਰੋਂਗ ਨੇ, ਕਿਰਤੀ ਬੰਦੇ ਨੇ ਯਾਰ, ਉਹਨਾਂ ਦੇ ਨੇੜੇ ਬਿਮਾਰੀ ਨੇ ਕਿਵੇਂ ਲੱਗਣਾ ਹੈ? ਤੀਜੀ ਗੱਲ, ਆਯੁਰਵੇਦ ਨੂੰ ਸਰਕਾਰ ਪ੍ਰਮੋਟ ਕਿਉਂ ਨਹੀਂ ਕਰ ਰਹੀ? ਕਿਤੇ ਕੋਈ ਮੈਡੀਕਲ ਮਾਫੀਆ ਪਿੱਛੇ ਕੰਮ ਤਾਂ ਨਹੀਂ ਕਰ ਰਿਹਾ? ਕਿਤੇ ਕੋਈ ਵੱਡੇ ਧਨਾੜ ਲੋਕਾਂ ਨੂੰ ਸਪੋਰਟ ਤਾਂ ਨਹੀਂ ਕੀਤੀ ਜਾ ਰਹੀ ਆਪਣੇ ਆਯੁਰਵੇਦ ਨੂੰ ਹੇਠਾਂ ਲਿਜਾ ਕੇ? ਹਾਲਾਂਕਿ ਆਯੂਸ਼ ਡਿਪਾਰਟਮੈਂਟ ਬਣਾਇਆ ਗਿਆ, ਪਰ ਜਿੰਨੀਆਂ ਐਡਵਰਟੀਜ਼ਮੈਂਟਸ ਜਾਂ ਜਿੰਨਾ ਖਰਚਾ ਇਸ਼ਤਿਹਾਰਾਂ 'ਤੇ ਕੀਤਾ ਜਾਂਦਾ ਹੈ, ਸਿਆਸੀ ਇਸ਼ਤਿਹਾਰਾਂ 'ਤੇ, ਕਿਉਂ ਆਯੁਰਵੇਦ ਨੂੰ ਪ੍ਰਮੋਟ ਕਰਨ ਦੇ ਵਿੱਚ ਨਹੀਂ ਕੀਤਾ ਜਾ ਰਿਹਾ? ਕਿਉਂਕਿ ਆਯੁਰਵੇਦ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖ ਸਕਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਇਹੀ ਹੁੰਦਾ ਸੀ, ਦਵਾਈਆਂ ਦਾ ਹੁੰਦੀਆਂ ਨਹੀਂ ਸੀ। ਤੇ ਤੀਜੀ ਗੱਲ ਹੈ ਵੀ ਲੋਕਾਂ ਨੂੰ ਆਪ ਸਿਆਣੇ ਬਣਨਾ ਚਾਹੀਦਾ ਹੈ। ਕੋਈ ਤੁਸੀਂ ਕਰੋਨਾ ਨੂੰ ਨਜ਼ਰਅੰਦਾਜ਼ ਕਰਕੇ ਕਿਤੇ ਬਹਾਦਰੀ ਦਾ ਕੋਈ ਟੈਗ ਨਹੀਂ ਲੱਗਣਾ। ਥੋੜ੍ਹੀ ਜਿਹੀ ਤੁਹਾਡੀ ਸਮਝਦਾਰੀ ਤੁਹਾਡੀ ਜਾਨ ਬਚਾ ਸਕਦੀ ਹੈ, ਤੁਹਾਨੂੰ ਤੁਹਾਡੇ ਪਰਿਵਾਰ ਤੋਂ ਅਲੱਗ ਨਹੀਂ ਕਰੇਗੀ ਜੇ ਤੁਸੀਂ ਥੋੜ੍ਹੀ ਜਿਹੀ ਸਮਝਦਾਰੀ ਵਰਤੋਗੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।